ਹਾਜ਼ਰ ਅਮਰ ਤ੍ਰਿਕਾਦਰਸ਼ੀ ਸ਼੍ਰੀ ਗੁਰੂ ਵਾਲਮੀਕ ਭਗਵਾਨ ਜੀ ਮਹਾਰਾਜ ਸਹਾਇ। ਸਤਿਗੁਰੂ ਗਿਆਨਨਾਥ ਸਤਿਗੁਰੂ ਹਰਿਨਾਥ ਸਤਿਗੁਰੂ ਮਕੀਤਨਾਥ ਸ਼ਬਦ ਗੁਰੂ ਮਹਾਰਾਜ ਸਹਾਇ। ਬੋਲੇ ਸੋ ਨਿਰਭੈ ਅਜ਼ਰ ਅਮਰ ਤ੍ਰਿਕਾਲਦਰਸ਼ੀ ਸ੍ਰਿਸ਼ਟੀ ਕਰਤਾ ਵਾਲਮੀਕ ਦੇ ਆਵਾਨ ਜੀ ਕੀ ਜੈ। ਸੰਤਾਂ ਭਗਤਾਂ ਕੀ ਜੈ। ਸਤਿਗੁਰ ਦੇ ਸ਼ਰਧਾਲੂਆਂ ਦੇ ਸਦਾ ਸਦਾ ਸੰਸਾਰ ਚ ਜੈ। ਸ਼ਬਦ ਗੁਰੂ ਕੀ ਜੈ। ਸੋ ਆ ਜਾਂਦੇ ਆ ਕੱਲ ਦੇ ਵਿਚਾਰ ਤੇ। ਸੋ ਕੱਲ ਦੇ ਵਿਚਾਰ ਤੋਂ ਕਥਾ ਕਹਾਣੀ ਆਰੰਭ ਕਰਦੇ ਆ। ਮਹਾਰਾਜ ਸਾਹਿਬ ਜੀਵਾਂ ਨੂੰ ਸਤ ਬੁੱਧੀ ਪ੍ਰਦਾਨ ਦੇਵੇ। ਦਾਤਾ ਜੀ ਆਪਣੇ ਬੱਚੇ ਤੇ ਵੀ ਰਹਿਮਤ ਬਖਸ਼ੇ ਕਰੇ। ਫਿਰ ਸੋਹਣੇ ਢੰਗ ਦੇ ਨਾਲ ਸੋਹਣੀ ਮੱਤ ਦੇ ਨਾਲ ਵਿਚਾਰ ਸਾਂਝਾ ਕਰ ਸਕੀਏ। ਹਜ਼ਰ ਮਤਰਕਾਦਸ਼ੀ ਦਾਤਾ ਜੀ ਸਭ ਜੀਵਾਂ ਦੇ ਅੰਗ ਸੰਗ ਸਹਾਈ ਹੋਣ। ਜੀ ਕੱਲ ਆਪਾਂ ਜ਼ਿਕਰ ਕਰਦੇ ਸੀ ਕਿ ਇੱਕ ਨਾਵਾਂ ਨਾ ਮਾਈ ਬਾਪ ਦਿੰਦੇ ਬੱਚੇ ਨੂੰ। ਇੱਕ ਨਾਵਾਂ ਮਾਈ ਬਾਪ ਦਿੰਦੇ ਬੱਚੇ ਨੂੰ। ਉਹ ਮਾਈ ਬਾਪ ਦੀ ਆਪਣੀ ਭਾਵਨਾ ਹੁੰਦੀ ਹੈ। ਹਾਂ ਬੱਚੇ ਦਾ ਨਾਮ ਆ ਰੱਖਦੇ ਹੋ, ਇੱਦਾਂ ਦਾ ਬੱਚਾ ਹੋਵੇ, ਇੱਦਾਂ ਦਾ ਸੁਭਾਅ ਹੋਵੇ, ਇੱਦਾਂ ਜਾਂ ਆਹ ਦਿਨ ਪੈਦਾ ਹੋਇਆ ਹੈ ਉਹ ਦਿਨ 'ਤੇ ਨਾਮ ਰੱਖ ਦਿੱਤਾ। ਜਾਂ ਕਿਸੇ ਗੁਰੂਆਂ ਰਹਿਬਰਾਂ ਨਾਲ ਮੁਹੱਬਤ ਹੁੰਦੀ, ਪ੍ਰੇਮ ਹੁੰਦਾ, ਇਸ਼ਕ ਹੁੰਦਾ ਹੈ, ਗੁਰੂਆਂ ਦੇ ਨਾਮ 'ਤੇ ਬੱਚੇ ਦਾ ਨਾਮ ਰੱਖ ਦਿੱਤਾ। ਜਾਂ ਦੇਵਤਿਆਂ ਦੇ ਨਾਮ 'ਤੇ ਬੱਚੇ ਦਾ ਨਾਮ ਰੱਖ ਦਿੱਤਾ। ਦੇਵੀਆਂ ਦੇ ਨਾਮ 'ਤੇ ਆਪਣੀ ਬੱਚੀ ਦਾ ਨਾਮ ਰੱਖ ਦਿੱਤਾ। ਉਹਨਾਂ ਦੀ ਆਪਣੀ ਆਪਣੀ ਭਾਵਨਾ ਹੁੰਦੀ ਕਿ ਸਾਡਾ ਬੱਚਾ ਹੀ ਭਾਈ ਇੱਦਾਂ ਦਾ ਬਣੇ, ਜਿੱਦਾਂ ਦੀ ਆਹ ਦੇਵੀ ਹੈ, ਜਿੱਦਾਂ ਦਾ ਆਹ ਦੇਵ ਹੈ, ਜਿੱਦਾਂ ਦਾ ਗੁਰੂ ਮਹਾਰਾਜ ਸਾਡਾ ਹੈ, ਇੱਦਾਂ ਦਾ ਬੱਚਾ ਵੀ ਮੱਤ ਵਾਲਾ ਬਣੇ, ਗੁਰੂ ਮੱਤ ਵਾਲਾ ਬਣੇ। ਜਿੱਦਾਂ ਕਈਆਂ ਨਾਂ ਰੱਖਿਆ ਹੁੰਦਾ ਨੇ ਕਿ ਗੁਰਦਿੱਤਾ, ਬੱਚੇ ਦਾ ਨਾਮ ਰੱਖਿਆ ਹੁੰਦਾ ਗੁਰਦਿੱਤਾ, ਕਿ ਭਾਈ ਗੁਰੂ ਨੇ ਦਿੱਤਾ। ਕਿ ਸਾਡੇ ਗੁਰੂ ਨੇ ਦਿੱਤਾ। ਤੇ ਜਿਹੜਾ ਗੁਰੂ ਦਾ ਦਿੱਤਾ ਹੋਇਆ ਹੋਵੇ ਉਹ ਕਿੱਦਾਂ ਦਾ ਹੋਵੇਗਾ ਭਾਈ। ਜਿਹੜਾ ਵਾਕਈ ਗੁਰੂ ਨੇ ਦਿੱਤਾ ਹੋਇਆ ਹੋਵੇ ਉਹ ਕਿੱਦਾਂ ਦਾ ਹੋਵੇਗਾ, ਬਚਪਨ ਤੋਂ ਕਿੱਦਾਂ ਦਾ ਹੋਏਗਾ। ਉਹ ਤਾਂ ਖਰਾ ਸੋਨਾ ਹੋਏਗਾ ਜਿਹੜਾ ਵਾਕਈ ਗੁਰੂ ਨੇ ਦਿੱਤਾ ਹੋਵੇ। ਕਹਿੰਦੇ ਭਾਈ ਗੁਰੂ ਨੇ ਦਿੱਤਾ ਤੇ ਨਾਮ ਰੱਖਦੇ ਗੁਰੂ ਦਿੱਤਾ। ਬੱਚਾ ਜਦੋਂ ਹੋਸ਼ 'ਚ ਆਉਂਦਾ ਹੈ, ਜਵਾਨ ਹੁੰਦਾ ਹੈ, ਤਾਂ ਉਹੀ ਗੁਰੂ ਦਿੱਤਾ ਫਿਰ ਹੋਰ ਦਾ ਹੋਰ ਹੀ ਬਣ ਜਾਂਦਾ। ਨਾਮ ਤਾਂ ਦੇ ਦਿੱਤਾ ਗੁਰੂ ਦਿੱਤਾ, ਪਰ ਗੁਰਾਂ ਵਾਲੀ ਉਹ ਮੱਤ ਨਹੀਂ ਹੈ, ਕਰਨੀ ਨਹੀਂ ਹੈ। ਨਾਮ ਦੇ ਦਿੱਤਾ। ਹੁਣ ਦੁਨੀਆਦਾਰ ਨੇ ਉਹਨੂੰ ਆਪਣੇ ਨਾਮ ਦਿੱਤੇ ਹੈ। ਜਿਹੋ ਜਿਹੇ ਉਹਦੇ ਕਰਮ ਹੈ, ਜਿਹੋ ਜਿਹੀ ਕਰਨੀ ਹੈ, ਉੱਦਾਂ ਦੇ ਨਾਵੇਂ ਦੁਨੀਆਦਾਰੀ ਨੇ ਦੇ ਦਿੱਤੇ ਹੈ। ਸੋ ਇੱਦਾਂ ਹੋ ਜਾਂਦਾ ਹੈ। ਮਾਈ ਬਾਪ ਨਾਮ ਰੱਖਦੇ ਹੈ, ਬੱਚਾ ਚੀਜ਼ ਬਣੇ ਪਈ, ਆਹ ਗੁਣ ਇਹ 'ਚ ਹੋਣ, ਪਰ ਗੁਣ ਕਰਮਾਂ ਕਰਕੇ ਹੋਣੇ ਹੈ, ਕਰਨੀ ਕਰਕੇ ਹੋਣਾ। ਉਹ ਕਰਨੀ ਵੀ ਕਹਿੰਦੇ ਸਿਖਾਓ ਬੱਚਿਆਂ ਨੂੰ, ਉਹ ਗੁਣ ਵੀ ਸਿਖਾਓ ਬੱਚਿਆਂ ਨੂੰ ਕਿ ਵਾਕਈ
ਉਹ ਗੁਣਾਂ ਦਾ ਪਾਤਰ ਹੀ ਬਣੇ, ਉਹ ਕਰਨੀ ਦਾ ਪਾਤਰ ਹੀ ਬਣੇ। ਇਕੱਲਾ ਨਾਮ ਰੱਖਣ ਦੇ ਨਾਲ ਕੁਝ ਨਹੀਂ ਹੋਣਾ। ਜੇ ਕੱਲ੍ਹ ਸਾਂਝਾ ਕਰਦੇ ਕਿ ਨਾਮ ਰਖਾ ਲਿਆ ਕਾਜੀ, ਨਾਮ ਰੱਖਣ ਦੇ ਨਾਲ ਕੁਝ ਨਹੀਂ ਹੋਣਾ। ਜਾਂ ਕਈਆਂ ਨੇ ਸ਼ਿਵ ਨਾਮ ਰੱਖਿਆ ਆਪਣਾ, ਕਈ ਨੇ ਰਾਮ ਨਾਮ ਰੱਖਿਆ, ਕਈਆਂ ਨੇ ਭਗਵਾਨ ਰੱਖਿਆ ਆਪਣਾ ਨਾਮ, ਕਈਆਂ ਨੇ ਵਿਸ਼ਨੂੰ ਰੱਖਿਆ ਆਪਣਾ ਨਾਮ, ਕਈਆਂ ਨੇ ਰਵਿਦਾਸ ਰੱਖ ਲਿਆ ਜੀ, ਕਈਆਂ ਨੇ ਸੂਰਜ ਰੱਖ ਲਿਆ, ਕਈਆਂ ਚੰਦ ਰੱਖ ਲਿਆ, ਕਈਆਂ ਨੇ ਲਾਲ ਰੱਖ ਲਿਆ, ਕਈਆਂ ਨੇ ਪ੍ਰੇਮ ਰੱਖ ਲਿਆ, ਕਈਆਂ ਨੇ ਗਿਆਨ ਰੱਖ ਲਿਆ। ਇਹੋ ਜਿਹੇ ਬਹੁਤ ਨਾਮੇ ਆ। ਹੁਣ ਰਵਿਦਾਸ ਨਾਮ ਤਾਂ ਰੱਖ ਲਿਆ, ਪਰ ਰਵਿਦਾਸ ਬਾਰੇ ਗੁਣ ਹੈ? ਮਤਲਬ ਕੀ ਅਰਥ ਕੀ ਹੈ? ਕੁਲਦੀਪ ਜੀ ਹੋ ਗਿਆ, ਇਹ ਸਾਡਾ ਕੁਲਦੀਪ ਹੈ ਜੀ, ਇਹ ਸਾਡੀ ਕੁਲ ਦਾ ਦੀਪਕ ਹੈ। ਤੇ ਦੀਪਕ ਵਾਲਾ ਕੰਮ ਵੀ ਹੈ ਕਿ ਨਹੀਂ ਹੈ? ਨਾਮ ਤਾਂ ਦੀਪ ਰੱਖ ਲਿਆ ਤੇ ਕੁਲਦੀਪ ਹੈ ਜੀ। ਕਹਿਣ ਦਾ ਭਾਵ ਨਾਮ ਰੱਖਣ ਦੇ ਨਾਲ ਉਹ ਚੀਜ਼ ਨਹੀਂ ਬਣਦੀ, ਜਿਹੜੀ ਗੱਲ ਬਣਦੀ ਹੈ ਕਰਮ ਦੇ ਨਾਲ, ਕਰਨੀ ਦੇ ਨਾਲ। ਤੇ ਕਰਨੀ ਦੇ ਨਾਲ ਬੰਦਾ ਜਾਣਿਆ ਜਾਂਦਾ ਹੈ, ਕਰਨੀ ਦੇ ਨਾਲ ਹੀ ਬੰਦਾ ਪਛਾਣਿਆ ਜਾਂਦਾ ਹੈ। ਸੋ ਨਾਮੇ ਜਿਹੜੇ ਮਾਤਾ ਪਿਤਾ ਰੱਖ ਦਿੰਦੇ ਨੇ, ਜਿਹਦਾ ਮਾਇਨੇ ਨਹੀਂ ਦਿੰਦੇ। ਹੁਣ ਮਾਤਾ ਪਿਤਾ ਨੇ ਨਾਮ ਰੱਖਿਆ ਗਿਆਨ, ਤੇ ਅੱਗੇ ਆ ਕੇ ਉਹ ਨਾਥ ਹੋ ਗਏ, ਮਾਲਕ ਹੋ ਗਏ, ਕਿਉਂਕਿ ਮਾਲਕਾਂ ਵਾਲੇ ਕੰਮ ਕੀਤੇ ਨੇ ਉਹਨਾਂ ਨੇ, ਮਾਲਕਾਂ ਵਾਲੇ ਕੰਮ ਕੀਤੇ, ਤਾਂ ਫਿਰ ਅੱਗੇ ਜਾ ਕੇ ਨਾਥ ਹੋ ਗਏ। ਨਾਮ ਤਾਂ ਰੱਖਿਆ ਗਿਆਨ, ਬਾਕੀ ਉਹ ਗਿਆਨ ਦੇ ਸਾਗਰ ਹੋ ਗਏ, ਉਹ ਗਿਆਨ ਦੇ ਸੂਰਜ ਹੋ ਗਏ। ਕਿਉਂਕਿ ਇਹੋ ਜਿਹਨਾਂ ਨੇ ਕਰਨੀ ਕੀਤੀ, ਕਰਨੀ ਕੀ ਕੀਤੀ? ਉਹਨਾਂ ਨੇ ਭਗਤੀ ਕੀਤੀ, ਸਿਮਰਨਾ ਕੀਤਾ, ਬੰਦਗੀ ਕੀਤੀ, ਸੇਵਾ ਕੀਤੀ। ਇਹ ਕਰਨੀ ਕਰਕੇ ਉਹ ਵਾਕਈ ਗਿਆਨ ਸੀ ਤੇ ਗਿਆਨ ਦੇ ਸਾਗਰ ਹੋ ਗਏ, ਗਿਆਨ ਸੀ ਤੇ ਗਿਆਨ ਨਾਥ ਹੋ ਗਏ, ਮਾਲਕ ਹੋ ਗਏ, ਪਾਲਕ ਹੋ ਗਏ। ਸੋ ਕਰਨੀ ਹੈ ਬੰਦੇ ਦੀ ਆਪਣੀ। ਸੋ ਇੱਦਾਂ ਹੀ ਨਾ, ਹੁਣ ਬੰਦਾ ਵੀ ਆਪਣੇ ਕਰਨੇ ਕਰਦਾ ਹੈ, ਕਰਨੀ ਕਰਕੇ ਪਛਾਣਿਆ ਜਾਂਦਾ ਹੈ। ਦੁਨੀਆਦਾਰੀ ਨਾਵੇਂ ਦਿੰਦੀ ਹੈ, ਜਿਹੋ ਜਿਹੀ ਕਰਨੀ ਹੁੰਦੀ ਹੈ, ਜਿਹੜੀ ਮੱਤ ਹੁੰਦੀ ਹੈ, ਉਹੋ ਜਿਹੇ ਨਾਵੇਂ ਉਹਦੇ ਪੈ ਜਾਂਦੇ ਆ। ਜਿਹੜਾ ਮਾਤਾ ਪਿਤਾ ਨੂੰ ਨਾਮ ਦਿੱਤਾ ਉਹ ਵੀ ਨਾਲ ਰਹਿੰਦਾ ਹੈ, ਤੇ ਉਸ ਨਾਵੇਂ ਦੇ ਨਾਲ ਜੋ ਸੰਸਾਰ ਨਾਮ ਦਿੰਦਾ ਹੈ ਉਹ ਵੀ ਨਾਲ ਟੱਚ ਹੋ ਜਾਂਦਾ, ਜੁਆਇੰਟ ਹੋ ਜਾਂਦਾ। ਕਰਨੀ ਕਰਕੇ, ਮਤ ਕਰਕੇ, ਗਿਆਨ ਕਰਕੇ। ਸੋ ਇੱਦਾਂ ਹੀ ਪਰਮਾਤਮਾ ਹੈ, ਪਰਮਾਤਮਾ ਨੂੰ ਵੀ ਉਹਦੇ ਪਿਆਰੇ ਨਾਵੇਂ ਦਿੱਤੇ ਹੈ, ਕਿਉਂਕਿ ਕਰਨੀ ਪਰਮਾਤਮਾ ਵੀ ਕਰਦਾ ਹੈ। ਜੇ ਗੁਰੂ ਨਾਨਕ ਨੂੰ ਪੁੱਛ ਲਿਆ ਨਾ, ਕਹਿੰਦੇ ਹਾਂ ਵੀ ਪਰਮਾਤਮਾ, ਕਹਿੰਦੇ ਕਰਦਾ ਕੀ? ਅੱਲਾ ਕਰਦਾ ਕੀ ਹੈ? ਅੱਲਾ ਵੀ ਕਰਦਾ ਹੈ, ਅੱਲਾ ਕਿਹੜਾ ਵਿਹਲਾ ਬੈਠਾ ਹੈ? ਰੱਬ ਵੀ ਆਪਣੀ ਕਰਨੀ ਕਰਦਾ ਹੈ, ਉਹ ਵੀ ਕਿਰਤ ਕਰਦਾ ਹੈ। ਆ ਸਾਰੀ ਉਹਦੀ ਕਿਰਤ ਹੀ ਹੈ। ਜੋ ਵੀ ਆਪਾਂ ਸੰਸਾਰ ਵੇਖਦੇ ਹਾਂ ਨਾ, ਸਾਰੀ ਉਹਦੀ ਕਿਰਤ ਕਮਾਈ ਹੈ, ਸਾਰੀ ਉਹਦੀ ਕਰਨੀ ਹੈ। ਹੁਣ ਜਿਹਨਾਂ ਜਿਹਨਾਂ ਸਮਝਿਆ, ਜਿਹਨਾਂ ਜਿਹਨਾਂ ਮਹਿਸੂਸ ਕੀਤਾ, ਉਹਨਾਂ ਨੇ ਉੱਦਾਂ ਉੱਦਾਂ ਦੇ ਨਾਵੇਂ ਦੇ ਦਿੱਤੇ ਪਰਮਾਤਮਾ ਨੂੰ। ਉਹਦੀ ਕਿਰਤ ਨੂੰ ਸਮਝਿਆ, ਉਹਦੀ ਕਰਨੀ ਨੂੰ ਸਮਝਿਆ, ਤੇ ਰੱਬ ਦੇ ਪਿਆਰ ਉੱਦਾਂ ਉੱਦਾਂ ਰੱਬ ਨੂੰ ਨਾਵੇਂ ਵੀ ਦੇ ਦਿੱਤੇ। ਕਿਸੇ ਨੇ ਮਹਿਸੂਸ ਕਰ ਲਿਆ, ਸਮਝ ਲਿਆ ਕਿ ਹਾਂ ਪਰਮਾਤਮਾ, ਪਰਮਾਤਮਾ ਨੇ ਸਿਰਜਿਆ ਜੀ, ਇਹ ਜਗਤ ਸਿਰਜਿਆ, ਇਹ ਸੰਸਾਰ ਸਿਰਜਿਆ, ਇਹ ਜੀਵਾ ਜਨਤਾ ਨੂੰ ਸਿਰਜਿਆ, ਇਹ ਨਦੀਆਂ ਪਰਬਤਾਂ ਨੂੰ ਸਿਰਜਿਆ, ਕੁੱਲ ਬ੍ਰਹਿਮੰਡ ਨੂੰ ਸਿਰਜਿਆ। ਉਹਨੇ ਮਹਿਸੂਸ ਕਰ ਲਿਆ, ਅਨੁਭਵ ਕਰ ਲਿਆ, ਤੇ ਨਾਮ ਰੱਖ ਦਿੱਤਾ ਸਿਰਜਣਹਾਰਾ। ਕਿ ਪਰਮਾਤਮਾ ਉਹ ਕੀ ਹੈ? ਕਹਿੰਦੇ ਸਿਰਜਣਹਾਰਾ, ਨਾਮ ਦਿੱਤਾ ਸਿਰਜਣਹਾਰਾ। ਕਿ ਕਹਿੰਦੇ ਹਾਂ ਵੀ ਪਰਮਾਤਮਾ ਕਰਤਾ ਧਰਤਾ ਹੈ ਜੀ, ਉਹਨੇ ਸਾਰਿਆਂ ਨੇ ਕੀਤਾ ਹੈ, ਉਹੀ ਕਰ ਰਿਹਾ ਹੈ, ਤੇ ਨਾਮ ਰੱਖਤਾ ਕਰਤਾ ਪੁਰਖ, ਆਦਿ ਪੁਰਖ। ਕਿ ਸਭ ਜੀਵਾਂ ਤੋਂ ਪਹਿਲਾਂ ਕਹਿੰਦੇ ਉਹੀ ਸੀ, ਸਭ ਮਾਨਸ ਤੋਂ ਪਹਿਲਾਂ ਉਹੀ ਸੀ, ਸਭ ਪੁਰਖਾਂ ਤੋਂ ਨਾਰੀਆਂ ਤੋਂ ਪਹਿਲਾਂ ਉਹੀ ਸੀ, ਤੇ ਨਾਮ ਰੱਖ ਦਿੱਤਾ ਕਰਤਾ ਪੁਰਖ, ਆਦਿ ਪੁਰਖ। ਜਿੱਦਾਂ ਜਿੱਦਾਂ ਕਿਸੇ ਸਮਝਿਆ, ਉੱਦਾਂ ਉੱਦਾਂ ਰੱਬ ਨੂੰ ਨਾਵੇਂ ਵੀ ਦੇ ਦਿੱਤੇ। ਜਿਨ੍ਹਾਂ ਨੇ ਉਹਨਾਂ ਦੀ ਕਰਨੀ ਨੂੰ ਸਮਝਿਆ, ਜਿਨ੍ਹਾਂ ਰੱਬ ਦੇ ਪਿਆਰੇ ਨੇ ਰੱਬ ਦੀ ਕਰਨੀ ਨੂੰ ਸਮਝਿਆ, ਉਹਦੀ ਕਮਾਈ ਨੂੰ ਸਮਝਿਆ, ਉੱਦਾਂ ਨਾਵੇਂ ਵੀ ਦੇ ਦਿੱਤੇ। ਰਹਿਬਰਾਂ ਨੇ ਕਹਿਤਾ ਕਿ ਵਾਹਿਗੁਰੂ ਹੈ ਭਾਈ,
ਉਹਨੇ ਸਮਝ ਲਿਆ, ਜਾਣ ਲਿਆ, ਪਛਾਣ ਲਿਆ, ਮਹਿਸੂਸ ਕਰੇ ਪਰਮਾਤਮਾ ਕਹਿੰਦੇ ਵਾਹਿਗੁਰੂ ਹੈ, ਉਹ ਕਣ ਕਣ ਦਾ, ਪੱਤੇ ਪੱਤੇ ਦਾ ਉਹ ਗੁਰੂ ਹੈ। ਕਹਿੰਦੇ ਪੱਤੇ ਪੱਤੇ ਨੂੰ ਗਿਆਨ ਦੇ ਰਿਹਾ ਹੈ, ਕਣ ਕਣ ਨੂੰ ਗਿਆਨ ਦੇ ਰਿਹਾ ਹੈ, ਕਣ ਕਣ ਨੂੰ ਸੇਧ ਦੇ ਰਿਹਾ ਹੈ, ਕਣ ਕਣ ਦੀ ਦੇਖ ਰੇਖ ਸੰਭਾਲ ਕਰ ਰਿਹਾ ਹੈ। ਉਹ ਕਹਿੰਦੇ ਵਾਹਿਗੁਰੂ ਹੈ, ਸਾਰੇ ਸੰਸਾਰ ਦੇ ਗੁਰੂ ਹੈ। ਕਹਿੰਦੇ ਉਹ ਪਰਮਾਤਮਾ ਉਹਨਾਂ ਨੇ ਸਮਝ ਲਿਆ, ਜਾਣ ਲਿਆ ਕਿ ਨਾਵਾਂ ਦੇਤਾ ਵਾਹਿਗੁਰੂ, ਕਿਉਂਕਿ ਉਹਨਾਂ ਨੇ ਪਰਮਾਤਮਾ ਕਰਨੀ ਨੂੰ ਦੇਖਿਆ, ਕਰਨੀ ਨੂੰ ਸਮਝਿਆ। ਜਿਹੜੀ ਮਿਹਨਤ ਪਰਮਾਤਮਾ ਨੇ ਕੀਤੀ, ਉਹ ਮਿਹਨਤ ਵੇਖੀ, ਕਰਨੀ ਵੇਖੀ, ਤੇ ਹੋ ਜਾ ਨਾਵਾਂ ਦੇਤਾ। ਸੋ ਇੱਦਾਂ ਹੈ ਕਿ ਬੰਦਾ ਆਪਣੀ ਕਰਨੀ ਦੇ ਨਾਲ ਹੀ ਪਛਾਣਿਆ ਜਾਂਦਾ ਹੈ, ਕਰਨੀ ਨਾਲ ਉਹਦੇ ਨਾਵੇਂ ਪੈ ਜਾਂਦੇ ਹੈ। ਉਹ ਨਾਵੇਂ ਆਪ ਰਖਾਉਂਦਾ ਨਹੀਂ ਹੈ। ਜਿਵੇਂ ਰੱਬ ਨੇ ਇਹ ਨਹੀਂ ਕਿਹਾ ਕਿ ਰੱਬ ਕਿ ਲੋ ਮੇਰਾ ਨਾਂ ਅੱਲਾ ਰੱਖੋ, ਮੇਰਾ ਨਾਂ ਰਾਮ ਰੱਖੋ। ਜਿਹਨਾਂ ਨੇ ਸਮਝ ਲਿਆ, ਜਾਣੇ ਕਿ ਪਰਮਾਤਮਾ ਵਾਕਈ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ, ਹਰ ਸਮੇਂ ਅੰਦਰ ਉਹ ਹਾਜ਼ਰ ਨਾਜ਼ਰ ਹੈ, ਉਹਨਾਂ ਨੇ ਰਾਮ ਕਹਿ ਦਿੱਤਾ। ਰਮੇ ਹੋਏ ਨੂੰ ਰਾਮ ਕਹਿ ਦਿੱਤਾ, ਹਾਜ਼ਰ ਨਾਜ਼ਰ ਨੂੰ ਰਾਮ ਕਹਿ ਦਿੱਤਾ। ਉਹ ਹਰ ਯੁੱਗ ਦੇ ਅੰਦਰ, ਸਮੇਂ ਅੰਦਰ, ਦਿਨ ਅੰਦਰ, ਰਾਤ ਅੰਦਰ, ਕਣ ਕਣ ਅੰਦਰ ਕਦੇ ਰਮਿਆ ਹੈ, ਉਹ ਕਹਿੰਦੇ ਰਾਮ ਹੈ। ਜਿਹਨੇ ਵੀ ਉਹਦੀ ਮਿਹਨਤ ਨੂੰ, ਉਹਦੇ ਕਰਮ ਨੂੰ, ਕਿਰਤ ਨੂੰ ਸਮਝਿਆ ਹੈ, ਉੱਦਾਂ ਦੇ ਉਹਨੂੰ ਨਾਵੇਂ ਦੇ ਦਿੱਤੇ ਹੈ। ਸੋ ਇਹੋ ਜਿਹੀ ਕਰਨੀ ਬੰਦੇ ਦੀ ਹੈ, ਤੇ ਜਿਹੋ ਜਿਹੀ ਕਰਨੀ ਬੰਦੇ ਦੀ ਹੈ, ਸੰਸਾਰ ਦੇ ਕਰਨੀ ਵੇਖਦਾ, ਮਿਹਨਤ ਵੇਖਦਾ ਹੈ, ਤੇ ਉੱਦਾਂ ਦੇ ਉਹਨੂੰ ਨਾਵੇਂ ਦੇ ਦਿੰਦਾ ਹੈ। ਬੰਦਾ ਤਾਂ ਉਹੀ ਆ ਨਾ, ਕਿਸੇ ਸ਼ਰਾਬੀ ਕਹਿ ਦਿੱਤਾ, ਕਰਾਬੀ ਕਹਿ ਦਿੱਤਾ, ਲੜਾਕੂ ਕਹਿ ਦਿੱਤਾ, ਕਰੋਧੀ ਕਹਿ ਦਿੱਤਾ, ਚੁਗਲਖੋਰ ਕਹਿ ਦਿੱਤਾ, ਟੀਚਰ ਕਹਿ ਦਿੱਤਾ, ਪ੍ਰੋਫੈਸਰ ਕਹਿ ਦਿੱਤਾ। ਜਿੱਦਾਂ ਦੀ ਉਹਦੀ ਕਰਨੀ ਹੈ, ਜਿੱਦਾਂ ਦੀ ਮਿਹਨਤ ਹੈ। ਸੋ ਅਗਲੇ ਸ਼ਬਦਾਂ ਵੱਲ ਆਉਂਦੇ ਆ। ਸੋ ਪੜ੍ਹਨ ਪੜ੍ਹਾਉਣ ਦੀ ਗੱਲ ਆਈ ਸੀ ਕਿ ਪੜ੍ਹ ਕਿਤਾਬਾਂ ਇਲਮ ਦੀਆਂ ਨਾ, ਇਲਮ ਕਿਹਨੂੰ ਕਹਿੰਦੇ ਸਮਝ ਆ ਗਈ? ਇਹਨੂੰ ਕਹਿੰਦੇ ਇਲਮ ਚੰਗੀ ਮਤ ਨੂੰ, ਚੰਗੇ ਗਿਆਨ ਨੂੰ, ਜਿਹੜਾ ਸਾਨੂੰ ਸੇਧ ਦੇਵੇ, ਰਾਹ ਦਿਖਲਾਵੇ, ਉਹ ਇਲਮ ਕਹਿੰਦੇ। ਹੁਣ ਗੁਰੂਆਂ ਦੀ ਬਾਣੀ ਹੈ, ਇਹ ਵੀ ਇੱਕ ਇਲਮ ਹੈ, ਸਾਨੂੰ ਰਾਹ ਦਿਖਲਾਉਂਦੀ ਹੈ ਕਿ ਆਹ ਕਾਰਜ ਕਰਨਾ ਤੇ ਆਹ ਕਾਰਜ ਨਹੀਂ ਕਰਨਾ। ਕੋਈ ਇਹੋ ਜਿਹੇ ਜੀਵ ਵੀ ਹੁੰਦੇ ਹੈ, ਕਹਿੰਦੇ ਇਲਮ ਪੜ੍ਹੇ ਪਰ ਅਮਲ ਨਾ ਕੀਤਾ, ਉਹ ਵੱਡਾ ਬੇਸ਼ਰਮ ਗੁਰਾ ਹੈ। ਗੁਰੂਆਂ ਵਾਲੇ, ਗੁਰੂਆਂ ਦੇ ਇਲਮ ਤਾਂ ਪੜ੍ਹ ਲਏ, ਸ਼ਬਦ ਦਾ ਪੜ੍ਹ ਲਏ, ਬਾਣੀਆਂ ਕਹਾਣੀਆਂ ਤਾਂ ਪੜ੍ਹ ਲਈਆਂ, ਪਰ ਅਮਲ ਨਹੀਂ ਕੀਤਾ, ਤੇ ਇਹੋ ਜਿਹਾ ਕਹਿੰਦੇ ਬੇਸ਼ਰਮ ਗੁਰਾ ਹੈ। ਇਲਮ ਪੜ੍ਹੇ ਪਰ ਅਮਲ ਨਾ ਕੀਤਾ। ਪੜ੍ਹੀ ਤਾਂ ਜਾਂਦਾ ਹੈ, ਗਾਈ ਤਾਂ ਜਾਂਦਾ ਹੈ, ਰਟੀ ਤਾਂ ਜਾਂਦਾ ਹੈ, ਕੰਠ ਤਾਂ ਕਰੀ ਜਾਂਦਾ ਹੈ, ਚੇਤੇ ਕਰੀ ਜਾਂਦਾ ਹੈ, ਪਰ ਅਮਲ ਹੈ ਹੀ ਨਹੀਂ। ਕਰਮਾਂ ਵਿੱਚ ਢਾਲਿਆ ਨਹੀਂ, ਨੀਤਾਂ ਵਿੱਚ ਢਾਲਿਆ ਨਹੀਂ, ਤੇ ਇਹੋ ਜਿਹੇ ਨੂੰ ਬੇਸ਼ਰਮ ਕਿਹਾ ਹੈ। ਬੇਸ਼ਰਮ ਕਿਉਂ ਹੋ ਗਿਆ? ਕਰਨੀ ਕਰਕੇ ਹੋ ਗਿਆ ਨਾ। ਉਹ ਆਪਣੀ ਕਰਨੀ ਕਰਕੇ ਬੇਸ਼ਰਮ ਗੁਰਾ ਹੋ ਗਿਆ। ਕਰਨੀ ਕੀ ਨਹੀਂ ਕੀਤੀ ਉਹਨੇ? ਅਮਲ ਨਹੀਂ ਕੀਤਾ। ਜੇ ਅਮਲ ਕਰਦਾ ਤੇ ਗੁਰੂ ਵਾਲਾ ਹੁੰਦਾ, ਤੇ ਬੇਸ਼ਰਮ ਗੁਰੂ ਨਾ ਹੁੰਦਾ। ਜਿੱਦਾਂ ਬੁੱਲੇ ਸ਼ਾਹ ਕਹਿੰਦੇ ਆ ਨਾ ਕਿ ਇਲਮ ਪੜ੍ਹੇ ਪਰ ਅਦਬ ਨਾ ਸਿੱਖਿਆ, ਤੇ ਤੇਰੀਆਂ ਕਿਸਮ ਕੀਤੀਆਂ ਆਵਾਜ਼ਾਂ। ਹੁਣ ਆਵਾਜ਼ਾਂ ਦਾ ਕੀ ਮਤਲਬ? ਕਹਿੰਦੇ ਇਲਮ ਪੜ੍ਹੇ ਪਰ ਅਦਬ ਨਾ ਸਿੱਖਿਆ। ਗੁਰਬਾਣੀ ਸਾਨੂੰ ਅਦਬ ਕਰਨਾ ਸਿਖਾਉਂਦੀ ਹੈ। ਗੁਰੂਆਂ ਦੇ ਸ਼ਬਦ, ਗੁਰੂਆਂ ਦੇ ਇਲਮ ਸਾਨੂੰ ਅਦਬ ਕਰਨਾ ਸਿਖਾਉਂਦੀ ਹੈ ਕਿ ਵੀ ਹਰ ਜੀਵ ਦਾ ਤੂੰ ਅਦਬ ਕਰਨਾ ਹੈ, ਹਰ ਜੀਵ ਦਾ ਸਤਿਕਾਰ ਕਰਨਾ ਹੈ, ਹਰ ਜੀਵ ਨਾਲ ਤੂੰ ਪ੍ਰੇਮ ਕਰਨਾ ਹੈ, ਨਫ਼ਰਤ ਕਿਸੇ ਨਾਲ ਕਰਨੀ ਨਹੀਂ। ਇਹ ਚੀਜ਼ ਸਿਖਾਉਂਦੀ ਹੈ ਗੁਰਾਂ ਦੇ ਇਲਮ, ਗੁਰਾਂ ਦੇ ਗੁਰਮੰਤਰ, ਗੁਰਾਂ ਦੇ ਸ਼ਬਦ, ਗੁਰੂਆਂ ਦੀ ਬਾਣੀਆਂ, ਗੁਰੂਆਂ ਦੀਆਂ ਕਹਾਣੀਆਂ। ਹੁਣ ਪੜ੍ਹੀ ਤਾਂ ਜਾਂਦਾ, ਰੱਟੀ ਤਾਂ ਜਾਂਦਾ ਹੈ, ਪਰ ਅਦਬ ਹੈ ਕਿੱਥੇ ਹੈ? ਅਦਬ ਹੈ ਹੀ ਨਹੀਂ। ਅਦਬ ਨਹੀਂ ਦਿਖਾਈ ਦਿੰਦਾ ਕਿ ਇਲਮ ਪੜ੍ਹੇ ਪਰ ਅਦਬ ਨਾ ਕੀਤਾ। ਨਾ ਤਾਂ ਉਹ ਰੱਬ ਦਾ ਅਦਬ ਕਰ ਰਿਹਾ ਹੈ, ਨਾ ਤਾਂ ਗੁਰੂ ਦਾ ਅਦਬ ਕਰ ਰਿਹਾ ਹੈ, ਨਾ ਤਾਂ ਰੱਬ ਦੇ ਜੀਵਾਂ ਦਾ ਅਦਬ ਕਰ ਰਿਹਾ ਹੈ। ਇਲਮ ਪੜ੍ਹੀ ਜਾਂਦਾ ਹੈ, ਕਹਾਣੀਆਂ ਪੜ੍ਹੀ ਜਾਂਦਾ, ਰੱਟੀ ਜਾਂਦਾ ਹੈ। ਸੋ ਇਹੋ ਜਿਹੇ ਬਹੁਤ ਹੈ, ਬੇਗਿਣਤੀ ਹੈ।
ਗੁਰਾਂ ਦੀ ਕਹਾਣੀ ਸ਼ੁਰੂ ਕਰ ਲਓ, ਸ਼ਬਦ ਸ਼ੁਰੂ ਕਰ ਲਓ, ਅਗਲੇ ਬੰਦੇ ਲਾਈਨਾਂ ਲਾ ਦੇਣੀਆਂ ਸ਼ਬਦਾਂ ਦੀਆਂ, ਨਾ ਕਹਾਣੀਆਂ ਦੀਆਂ। ਪਰ ਜੇ ਉਹਦੇ ਕਰਮ ਵੱਲ ਦੇਖੀਏ, ਅਦਰ ਸਤਿਕਾਰ ਦੇ ਵੱਲ ਦੇਖੀਏ, ਤਾਂ ਉਹ ਚੀਜ਼ ਹੁੰਦੀ ਨਹੀਂ ਹੈ। ਸੋ ਇਲਮ ਪੜ੍ਹੇ ਪਰ ਅਦਬ ਨਾ ਸਿੱਖਿਆ, ਤੇਰੀਆਂ ਕਿਸ ਕੰਮ ਕੀਤੀਆਂ ਆਵਾਜ਼ਾਂ। ਕੀ ਫਾਇਦਾ ਹੋਇਆ ਤੈਨੂੰ ਆਵਾਜ਼ਾਂ ਦੇਣ ਦਾ? ਉਹ ਰੱਬ ਨੂੰ ਆਵਾਜ਼ਾਂ ਦੇਣ ਦਾ, ਸਤਿਗੁਰੂ ਨੂੰ ਆਵਾਜ਼ਾਂ ਦੇਣ ਦਾ, ਕੂਕਣ ਦਾ ਤੈਨੂੰ ਫਾਇਦਾ ਕੀ ਹੋਇਆ? ਕੋਈ ਫਾਇਦਾ ਨਹੀਂ। ਜੇ ਤੇਰੇ ਅੰਦਰ ਅਦਬ ਹੀ ਨਾ ਆਇਆ, ਸਤਿਕਾਰ ਹੀ ਨਾ ਆਇਆ, ਪ੍ਰੇਮ ਨਾ ਆਇਆ, ਉਹ ਇਲਮਾਂ ਤੇ ਅਮਲ ਨਾ ਕੀਤਾ, ਫਾਇਦਾ ਕਹਿੰਦੇ ਕੁਝ ਨਹੀਂ ਹੈ। ਰਾਖ ਹੀ ਸ਼ਾਨ ਨਹੀਂ ਹੈ, ਧੂੜੀ ਸ਼ਾਨ ਨਹੀਂ ਹੈ। ਇਹ ਮਿੱਟੀ ਵਿੱਚ, ਰੇਤਾਂ ਵਿੱਚ, ਪਾਣੀ ਵਿੱਚ ਮਧਾਣੀ ਪਾਉਣ ਵਾਲੀ ਗੱਲ ਹੈ। ਮਧਾਣੀ ਕਿਤੇ ਦਹੀਂ 'ਚ ਪਾਈ ਜਾਵੇ ਤਾਂ ਰਹਿਮਤਾਂ ਹੁੰਦੀਆਂ, ਬਰਕਤਾਂ ਆਉਂਦੀਆਂ। ਜੇ ਮੂਰਖ ਬੰਦਾ ਰੇਤਾਂ 'ਚ ਮਧਾਣੀ ਪਾ ਕੇ ਬਹਿ ਜਾਏ ਜਾਂ ਪਾਣੀ 'ਚ ਮਧਾਣੀ ਪਾ ਕੇ ਬਹਿ ਜਾਏ ਤੇ ਕੀ ਆਉਣਾ? ਖਾਲੀ, ਕੁਝ ਵੀ ਨਹੀਂ। ਸੋ ਇਲਮ ਪੜ੍ਹੇ ਪਰ ਅਦਬ ਨਾ ਸਿੱਖਿਆ, ਤੇਰੀਆਂ ਕਿਸ ਕੰਮ ਕੀਤੀਆਂ ਆਵਾਜ਼ਾਂ। ਆਵਾਜ਼ਾਂ ਦਾ ਭਾਗ ਜੋ ਆਪਾਂ ਕਰਦੇ ਹਾਂ ਨਾ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਇਹ ਕੀ ਹੈ? ਇਹ ਕਿਹਨੂੰ ਆਵਾਜ਼ ਹੈ? ਇਹ ਆਵਾਜ਼ ਉਹ ਆਪਣੇ ਮੁਰਸ਼ਿਦ ਨੂੰ ਹੈ, ਉਹ ਆਪਣੇ ਰੱਬ ਨੂੰ ਹੈ, ਆਪਣੇ ਹੱਕ ਨੂੰ ਹੈ। ਉਹ ਹੱਕ ਨੂੰ ਆਵਾਜ਼ਾਂ ਦੇ ਰਿਹਾ ਹੈ। ਜਿਵੇਂ ਕਹਿੰਦੇ ਨਾ ਅੱਲਾਹੂ ਅਕਬਰ, ਅੱਲਾਹੂ ਅਕਬਰ, ਅਕਬਰ ਕਹਿੰਦੇ ਨਾ, ਨੌਜਵਾਨ ਨਵਾਜ਼ ਅਦਾ ਕਰਦੇ ਆ। ਬੜਾ ਲੰਬਾ ਹੇਕ ਲਾ ਕੇ ਬੜੀ ਮਿੱਠੀ ਸੁਰ ਦੇ ਨਾਲ ਆਵਾਜ਼ ਦਿੰਦੇ ਰੱਬ ਨੂੰ। ਆਵਾਜ਼ਾਂ ਤਾਂ ਦੇ ਰਿਹਾ ਹੈ, ਜਿਵੇਂ ਕਹਿੰਦੇ ਸਤਿਨਾਮ ਵਾਹਿਗੁਰੂ। ਉਹ ਕੀ ਹੈ? ਕੋਈ ਰਾਮ ਨਾਮ ਦੀ ਆਵਾਜ਼ ਦੇ ਰਿਹਾ, ਕੋਈ ਅੱਲਾਹੂ ਕਹਿੰਦਾ, ਕੋਈ ਵਾਹਿਗੁਰੂ ਆਵਾਜ਼ ਦੇ ਰਿਹਾ ਹੈ, ਕੋਈ ਹਾਲੇਲੂਇਆ ਕਹਿੰਦਾ ਹੈ। ਹਾਲੇਲੂਇਆ ਕੀ ਹੈ? ਪਰਮੇਸ਼ਵਰ ਤੇਰੀ ਵਡਿਆਈ ਹੋਵੇ, ਇਹ ਪਰਮੇਸ਼ਵਰ ਤੇਰੀ ਸਿਫਤ ਸਲਾਹ ਹੋਵੇ, ਇਹ ਮਤਲਬ। ਪਰ ਆਵਾਜ਼ਾਂ ਸਾਰੀਆਂ ਉਹ ਰੱਬ ਨੂੰ ਦੇ ਰਿਹਾ ਹੈ। ਆਵਾਜ਼ਾਂ ਤਾਂ ਦੇ ਰਿਹਾ ਹੈ, ਪਰ ਅਦਬ ਸਤਿਕਾਰ ਕਿੱਥੇ ਹੈ? ਇਹ ਚੀਜ਼ ਹੈ। ਸੋ ਇਲਮ ਪੜ੍ਹੇ ਪਰ ਅਦਬ ਨਾ ਸਿੱਖਿਆ, ਤੇਰੀਆਂ ਕਿਸਮ ਕੀਤੀਆਂ ਆਵਾਜ਼ਾਂ। ਕੀ ਫਾਇਦਾ ਹੋਇਆ ਤੈਨੂੰ ਰੱਬ ਨੂੰ ਆਵਾਜ਼ਾਂ ਦੇਣ ਦਾ, ਜੇ ਤੂੰ ਰੱਬ ਦੇ ਜੀਵਾਂ ਦਾ ਅਦਬ ਸਤਿਕਾਰ ਨਾ ਕਰ ਸਕਿਆ, ਜੇ ਗੁਰਬਾਣੀ ਤੋਂ ਸਿੱਖਿਆ ਨਾ ਲੈ ਸਕਿਆ। ਕਰਮ ਕਰਨ ਲੱਗਾ ਸੀ ਸਿੱਖਿਆ ਵਾਸਤੇ ਕਿ ਸਿੱਖਿਆ ਲੈਣੀ ਹੈ, ਪਰ ਸਿੱਖਿਆ ਤਾਂ ਲਈ ਨਹੀਂ, ਨਫ਼ਰਤ ਪਾਲ ਕੇ ਬਹਿ ਗਿਆ। ਆ ਬੇਗਾਨਾ, ਆ ਬੇਗਾਨਾ, ਤਾਂ ਹੋਰ, ਤਾਂ ਹੋਰ। ਉਹ ਚੀਜ਼ ਨਹੀਂ ਲਈ ਜੋ ਗੁਰਬਾਣੀ ਦੇਣਾ ਚਾਹੁੰਦੀ ਹੈ, ਜੋ ਦੇ ਰਹੀ ਹੈ। ਆਵਾਜ਼ਾਂ ਫੂਕੀਆਂ ਦਿੰਦਾ ਰਿਹਾ, ਕੋਈ ਫਾਇਦਾ ਨਹੀਂ ਹੋਇਆ। ਸੋ ਇਲਮ ਪੜ੍ਹੇ ਅਦਬ ਨਾ ਸਿੱਖਿਆ, ਤੇਰੀ ਕਿਸਮ ਕੀਤੀਆਂ ਆਵਾਜ਼ਾਂ। ਬੁੱਲੇ ਸ਼ਾਹ ਪਤਾ ਤਦ ਲੱਗਣਾ ਸੀ, ਤਦ ਲੱਗਿਆ ਕਹਿੰਦੇ ਪਤਾ, ਜੇ ਚਿੜੀ ਫਸੀ ਹੱਥ ਬਾਜਾ। ਜਦੋਂ ਜਮਦੂਤ ਆਏ ਨਾ, ਜਦੋਂ ਮੌਤ ਬਾਜ ਬਣ ਕੇ ਆਈ, ਉਦੋਂ ਇਹ ਪਛਤਾਇਆ ਵੀ ਕਾਸ਼ ਮੈਂ ਨੇਕ ਕਮਾਈਆਂ ਕੀਤੀਆਂ ਹੁੰਦੀਆਂ, ਰੱਬੀ ਹੁਲਾਰੇ ਲਏ ਹੁੰਦੇ, ਰੱਬੀ ਇਸ਼ਕ ਨੂੰ ਪਾਲਿਆ ਹੁੰਦਾ, ਸਾਰੀ ਕਾਇਨਾਤ ਨੂੰ ਕਿਤੇ ਆਪਣਾ ਸਮਝਿਆ ਹੁੰਦਾ, ਅਦਰ ਸਤਿਕਾਰ ਕੀਤਾ ਹੁੰਦਾ, ਤਾਂ ਜਦ ਬਾਜ ਨਹੀਂ ਸੀ ਨਹੀਂ ਆਉਣਾ। ਮੌਤ ਰੂਪੀ ਬਾਜ ਨੇ ਨਹੀਂ ਸੀ ਆਉਣਾ, ਅਜਮਾਂ ਦੇ ਵਸ ਨਹੀਂ ਸੀ ਪੈਣਾ। ਬੁੱਲੇ ਸ਼ਾਇਦ ਪਤਾ ਤਦ ਲੱਗਿਆ ਤੇ ਚਿੜੀ ਫਸੀ ਹੱਥ ਬਾਜਾ। ਉਹ ਚਿੜੀ ਬਾਜ ਦੇ ਹੱਥ ਆ ਜਾਏ ਤੇ ਕੀ ਚਿੜੀ ਦਾ ਹਾਲ ਹੋਏਗਾ? ਉਹ ਚਿੜੀ ਕਿੱਥੇ ਤੇ ਬਾਜ ਕਿੱਥੇ? ਪੰਛੀਆਂ ਵਿੱਚ ਰਾਜਾ ਮਹਾਰਾਜਾ ਕਿਹਾ ਗਿਆ ਹੈ ਬਾਜ ਨੂੰ, ਤੇ ਚਿੜੀ ਕੀ ਅੱਗੇ ਬਾਜ ਦੇ ਅੱਗੇ? ਹੁਣ ਬਾਜ ਦਾ ਕਹਿੰਦੇ ਪੰਜਾ ਇਹੋ ਜਿਹਾ ਹੁੰਦਾ ਹੈ, ਕਿਸੇ ਬਾਂਦਰ ਨੂੰ ਫੜ ਲੈ ਛੱਡਦਾ ਨਹੀਂ ਹੈ ਜਿੰਨਾ ਚਿਰ ਉਹ ਖਤਮ ਨਹੀਂ ਹੁੰਦਾ। ਕਿਸੇ ਨਾਗ ਨੂੰ ਫੜ ਲੈ ਛੱਡਦਾ ਨਹੀਂ ਹੈ ਜਿੰਨਾ ਚਿਰ ਉਹ ਖਤਮ ਨਹੀਂ ਹੁੰਦਾ। ਪੰਜੇ 'ਚ ਦਮ ਹੀ ਇਹੋ ਜਿਹਾ ਉਹਦੇ, ਤੇ ਫਸਦੇ ਉਹੀ ਹੈ ਜਿਹਨਾਂ ਅੰਦਰ ਵਿਕਾਰ ਹੁੰਦੇ ਆ, ਅਵਗੁਣ ਹੁੰਦੇ ਆ, ਉਹੀ ਫਸਦੇ ਆ ਮੌਤ ਰੂਪੀ ਪੰਜੇ ਅੰਦਰ। ਜਮਾਂ ਦੇ ਪੰਜੇ 'ਚ ਉਹੀ ਆਉਂਦੇ ਜੋ ਅਵਗੁਣਾਂ ਦੇ ਨਾਲ, ਨਫ਼ਰਤ ਦੇ ਨਾਲ ਭਰੇ ਹੁੰਦੇ ਆ।
ਤੇ ਜਿਹੜੇ ਹੰਸ ਬੁੱਧੀ ਵਾਲੇ ਹੁੰਦੇ ਆ, ਗੁਰੂ ਵਾਲੇ ਹੁੰਦੇ ਆ, ਉਹ ਤੇ ਉਹ ਨਹੀਂ ਫਸਦੇ। ਮੌਤ ਉਹਨਾਂ ਨੂੰ ਵੀ ਆਉਂਦੀ ਹੈ। ਫਿਰ ਕਹਿੰਦੇ ਰੱਬ ਦੇ ਫਰਿਸ਼ਤੇ ਲੈਣ ਆਉਂਦੇ ਹੈ, ਉਹ ਦੇਵਤੇ ਲੈਣ ਆਉਂਦੇ ਹੈ, ਅਦਬ ਦੇ ਨਾਲ, ਸਤਿਕਾਰ ਦੇ ਨਾਲ। ਇਹਦਾ ਰੱਬ ਦਾ ਪਿਆਰਾ ਨਾ ਫਿਰ ਯਾਦ ਆ ਗਿਆ। ਰੱਬ ਦਾ ਪਿਆਰਾ ਹੋਇਆ, ਮੌਤ ਨੂੰ ਕਹਿਣ ਲੱਗਾ, ਮੌਤ ਨੂੰ ਕਹਿਣ ਲੱਗਾ ਕਿ ਹੇ ਮੌਤ, ਤੂੰ ਆਈ ਉਦੋਂ ਜਦੋਂ ਮੈਂ ਸਿਮਰਨ ਦੇ ਨਾਲ, ਭਗਤੀ ਦੇ ਨਾਲ, ਬੰਦਗੀ ਦੇ ਨਾਲ, ਰੱਬ ਦੇ ਨਾਵੇਂ ਦੇ ਨਾਲ, ਗੁਰੂ ਦੇ ਸ਼ਬਦ ਨਾਲ ਜੁੜਿਆ ਹੋਵਾਂ, ਉਦੋਂ ਆਈ। ਹੇ ਮੌਤ, ਤੂੰ ਉਦੋਂ ਆਈ ਜਦੋਂ ਮੈਂ ਬੰਦਗੀ ਦੇ ਨਾਲ, ਸਿਮਰਨ ਦੇ ਨਾਲ, ਭਗਤੀ ਦੇ ਨਾਲ, ਰੱਬ ਦੇ ਨਾਵੇਂ ਨਾਲ, ਸਤਿਗੁਰ ਦੇ ਨਾਲ ਜੁੜਿਆ ਹੋਵਾਂ, ਰੱਬ ਦੇ ਨਾਲ ਜੁੜਿਆ ਹੋਵਾਂ, ਉਦੋਂ ਤੂੰ ਆਈ, ਤਾਂ ਜੋ ਤੈਨੂੰ ਆਉਣ ਦਾ ਵੀ ਮਜ਼ਾ ਆਵੇ ਤੇ ਮੈਨੂੰ ਜਾਣ ਦਾ ਵੀ ਮਜ਼ਾ ਆਵੇ, ਆਨੰਦ ਆਵੇ। ਬੋਲੇ 100 ਰੁਪਏ। ਏਦਾਂ ਕਹਿੰਦੇ ਕਿ ਤੈਨੂੰ ਆਉਣ ਦਾ ਵੀ ਮਜ਼ਾ ਆਵੇ ਤੇ ਮੈਨੂੰ ਇਸ ਜਹਾਨ ਤੋਂ ਜਾਣ ਦਾ ਵੀ ਮਜ਼ਾ ਆਵੇ, ਆਨੰਦ ਆਵੇ। ਸਹੀ ਤਰੀਕਾ। ਸੋ ਉਹਨਾਂ ਸ਼ਬਦਾਂ ਵੱਲ ਆਉਂਦੇ ਆ। ਗੱਲ ਪੜ੍ਹਾਈ ਦੀ ਹੋਈ ਹੈ ਕਿ 3 ਪ੍ਰਕਾਰ ਦੀ ਪੜ੍ਹਾਈ ਹੁੰਦੀ ਹੈ, ਤੇ ਕਿਹੜੀ ਪੜ੍ਹਾਈ ਜਿਹੜੀ ਰੱਬ ਦੇ ਘਰ ਵਿੱਚ ਸਫਲ ਹੁੰਦੀ ਹੈ। ਹੁਣ ਦੇਖੋ ਕਿਤਾਬਾਂ ਦੀ ਗੱਲ ਆਈ ਨਾ ਕਿ ਪੜ੍ਹ ਕਿਤਾਬਾਂ, ਇਹਨਾਂ ਦੀਆਂ ਕਿਤਾਬਾਂ ਬਹੁਤ ਹੈ, ਚੰਗੀਆਂ ਵੀ ਹੈ ਤੇ ਮੰਦੀਆਂ ਵੀ ਹੈ। ਗ੍ਰੰਥ ਹੈ, ਗ੍ਰੰਥ ਅਨੇਕਾਂ ਗ੍ਰੰਥ ਹੈ, ਗੁਰਬਾਣੀਆਂ ਅਨੇਕਾਂ ਹੀ ਹੈ, ਗੁਰੂ ਬਾਣੀਆਂ। ਗ੍ਰੰਥ ਅਨੇਕ ਹੈ, ਵੱਖਰੇ ਵੱਖਰੇ ਵਿਸ਼ਿਆਂ ਦੇ ਗ੍ਰੰਥ ਹੈ। ਇਹੋ ਜਿਹੇ ਗ੍ਰੰਥ ਹੈ ਜਿਹਨਾਂ ਦਾ ਆਪਾਂ ਜ਼ਿਕਰ ਨਹੀਂ ਕਰ ਸਕਦੇ, ਪਰ ਅਖਵਾਉਂਦੇ ਉਹ ਵੀ ਗ੍ਰੰਥ ਹੈ। ਇੱਕ ਗ੍ਰੰਥ ਹੈ ਜਿਸ 'ਚ ਕਿਤੇ ਊਚ ਨੀਚ ਹੈ, ਵੰਡ ਵਿਤਕਰੀ ਹੈ, ਆਹ ਉੱਚਾ ਤੇ ਆਹ ਨੀਵਾਂ ਆ, ਇਹਨੂੰ ਆਹ ਹੱਕ ਤੇ ਇਹਨੂੰ ਆਹ ਹੱਕ, ਆਹ ਇਹਦਾ ਕਰਮ ਤਾਂ ਆਹ ਇਹਦਾ ਕਰਮ। ਇਹੋ ਜਿਹੇ ਵੀ ਗ੍ਰੰਥ ਹੈ। ਉਹ ਸਾਡਾ ਧਰਮੀ ਗ੍ਰੰਥ ਹੈ ਜੀ। ਤੇ ਇੱਕ ਉਹ ਗ੍ਰੰਥ ਹੈ ਜਿਸ 'ਚ ਕੋਈ ਨਫ਼ਰਤ ਹੈ, ਨਹੀਂ ਹੈ, ਸਾਂਝੀ ਇਬਾਦਤ ਹੈ, ਭਾਈਚਾਰਾ ਹੈ, ਇੱਕ ਰੱਬ ਦੀ ਗੱਲ ਹੈ, ਇੱਕ ਸਤਿਗੁਰ ਦੀ ਗੱਲ ਹੈ। ਪਿਆਰ ਨਾਲ ਰਹੋ, ਇਕਾਗਰ ਹੋ ਕੇ ਰਹੋ, ਜਥੇਬੰਦੀ ਵਿੱਚ ਰਹੋ, ਭਗਤੀ ਕਰੋ, ਸਿਮਰਨ ਕਰੋ, ਸਾਰੇ ਇੱਕ ਹੈ, ਸਾਰਿਆਂ ਵਿੱਚ ਹੀ ਉਹ ਨਿਵਾਸ ਕਰਦਾ ਹੈ। ਇੱਕ ਉਹ ਗ੍ਰੰਥ ਹੈ ਜਿਹਨਾਂ ਵਿੱਚ ਗੁਰੂਆਂ ਦੀ ਬਾਣੀ ਹੈ, ਰੱਬ ਦੀ ਸਿਫਤ ਸਲਾਹ ਹੈ, ਬੰਦੇ ਨੂੰ ਰਾਹ ਦਿਖਲਾਏ ਗਏ ਹੈ। ਇੱਕ ਉਹ ਗ੍ਰੰਥ ਹੈ, ਉਹ ਕਿਤਾਬ ਹੈ। ਹੁਣ ਉਹ ਗ੍ਰੰਥ ਜੋ ਪੂਜਣਯੋਗ ਹੈ, ਜਿਸ ਵਿੱਚ ਸਾਂਝੀ ਇਬਾਦਤ ਹੈ, ਜਿਸ 'ਚ ਰੱਬ ਦਾ ਨਾਮ ਆ ਗਿਆ, ਸਤਿਗੁਰ ਦੀ ਸਿਫਤ ਸਲਾਹ ਆ ਗਈ ਹੈ ਕਿ ਹਾਂ ਵੀ ਰੱਬ ਇੱਕੋ ਹੀ ਹੈ। ਤੇ ਕਈਆਂ ਵਿੱਚ ਇੱਦਾਂ ਕਿ ਰੱਬ ਕਹਿੰਦੇ ਇੰਨਾ ਹੀ ਹੈ ਜੀ, ਇਹਨੂੰ ਮੰਨੋ, ਇਹਨੂੰ ਪੂਜੋ, ਇਹਨੂੰ ਛੱਡੋ ਤੇ ਇਹਨੂੰ ਧਿਆਵੋ। ਤੇ ਗੁਰੂਆਂ ਦੀ ਬਾਣੀ, ਗੁਰੂਆਂ ਦੇ ਗ੍ਰੰਥ ਜਿਨ੍ਹਾਂ ਨੂੰ ਗੁਰੂ ਦਾ ਦਰਜਾ ਮਿਲ ਗਿਆ, ਭਗਵਾਨ ਦਾ ਦਰਜਾ ਮਿਲ ਗਿਆ, ਰੱਬ ਦਾ ਦਰਜਾ ਮਿਲ ਗਿਆ, ਉਹਨਾਂ ਵਿੱਚ ਕੀ ਹੈ ਕਿ ਰੱਬ ਇੱਕੋ ਹੀ ਹੈ, ਸਭਨਾਂ ਦਾ ਨਿਵਾਸ ਕਰਦਾ ਹੈ, ਸਾਰੇ ਉਹਦੇ ਸਾਜੇ ਹੋਏ ਹੈ, ਕੋਈ ਉੱਚਾ ਨੀਵਾਂ ਨਹੀਂ ਹੈ। ਉਹ ਗ੍ਰੰਥ ਪੂਜਨਯੋਗ ਹੋ ਗਏ, ਨਮਸਕਾਰ ਲੋਕੀ ਕਰਦੇ, ਮੱਥੇ ਟੇਕਦੇ, ਸਿੱਖਿਆ ਲੈਂਦੇ ਉਹਨਾਂ ਤੋਂ। ਸੋ ਗ੍ਰੰਥ ਅਨੇਕਾਂ ਹੀ ਹੈ, ਵੱਖਰੇ ਵੱਖਰੇ ਵਿਸ਼ੇ ਦੇ ਵੱਖਰੇ ਵੱਖਰੇ ਗ੍ਰੰਥ ਹੈ। ਕਈਆਂ 'ਚ ਯੋਗ ਆਸ਼ਰਮ ਬਾਰੇ ਦੱਸਿਆ ਗਿਆ ਹੈ, ਉਹ ਯੋਗ ਆਸ਼ਰਮ ਵਾਲੇ ਗ੍ਰੰਥ ਹੋ ਗਏ। ਕਈਆਂ ਵਿੱਚ ਜੜੀਆਂ ਬੂਟੀਆਂ ਬਾਰੇ ਦੱਸਿਆ ਗਿਆ ਹੈ, ਉਹ ਆਯੁਰਵੇਦਿਕ ਗ੍ਰੰਥ ਹੋ ਗਏ। ਕਈਆਂ ਵਿੱਚ ਰੱਬ ਦੇ ਦਰਗਾਹ ਵੱਲ ਜਾਣ ਵਾਲੇ ਰਾਹ ਦੱਸੇ ਗਏ ਹੈ, ਉਹ ਰੱਬੀ ਗ੍ਰੰਥ ਹੋ ਗਏ, ਗੁਰੂ ਹੋ ਗਏ ਉਹ। ਕਈਆਂ ਵਿੱਚ ਆਤਮਾ ਪਰਮਾਤਮਾ ਦੇ ਬਾਰੇ ਦੱਸਿਆ ਗਿਆ ਹੈ, ਅਨੇਕਾਂ ਹੀ ਹੈ। ਸੋ ਗੁਰੂ ਦਾ ਦਰਜਾ ਉਹਨੂੰ ਮਿਲਿਆ ਜਿਹਦੇ ਵਿੱਚ ਸਾਂਝੀ ਇਬਾਦਤ ਹੈ, ਜਿਹਦੇ ਪ੍ਰੇਮ ਦੀ ਗੱਲ ਕੀਤੀ ਹੈ, ਇਕਾਗਰਤਾ ਦੀ ਗੱਲ ਕੀਤੀ ਹੈ, ਰੱਬ ਦੀ ਬੰਦਗੀ ਦੀ, ਭਗਤੀ ਦੀ ਗੱਲ ਕੀਤੀ ਹੈ, ਉਹ ਪੂਜਨਯੋਗ ਹੋ ਗਏ। ਸੋ ਇਹੋ ਜਿਹੇ ਗ੍ਰੰਥਾਂ ਦੇ ਨਾਲ, ਗੁਰੂਆਂ ਦੇ ਨਾਲ ਜੁੜੋ, ਕਹਿੰਦੇ ਉਹਨਾਂ ਨੂੰ ਧਾਰਨ ਕਰੋ, ਉੱਦਾਂ ਚੱਲੋ ਵੀ। ਇਹੋ ਜਿਹੀਆਂ ਪੜ੍ਹਾਈਆਂ ਕਹਿੰਦੇ ਕਰੋ। ਹੁਣ ਕਿਹੜੀ ਪੜ੍ਹਾਈ ਹੈ ਜੋ ਰੱਬ ਦੀ ਦਰਗਾਹ ਪ੍ਰਵਾਨ ਹੁੰਦੀ ਹੈ, ਕਿਹੜੀ ਪੜ੍ਹਾਈ ਜੋ ਰੱਬ ਦੀ ਦਰਗਾਹ ਪ੍ਰਵਾਨ ਨਹੀਂ ਹੁੰਦੀ। ਹੁਣ ਇੱਕ ਬੰਦਾ ਪੜ੍ਹਾਈਆਂ ਕਰਦਾ ਹੈ
ਜਾਂ ਗ੍ਰੰਥਾਂ ਦੀ ਹੋ ਗਈਆਂ, ਪੜ੍ਹ ਪੋਥੀਆਂ ਦੀ ਪੜ੍ਹਾਈਆਂ ਹੁੰਦੀਆਂ, ਇਹ ਬਹੁਤ ਹੈ। ਬੰਦੇ ਵੀ ਅਤੇ ਔਰਤਾਂ ਵੀ ਪੜ੍ਹਾਈਆਂ ਕਰਦੀਆਂ, ਪੜ੍ਹ ਪੋਥੀਆਂ ਦੀਆਂ, ਗ੍ਰੰਥਾਂ ਦੀਆਂ, ਗੁਰੂਆਂ ਦੀ ਬਾਣੀਆਂ ਨੂੰ ਰੱਟਦੀਆਂ ਹਰ ਵੇਲੇ ਹੀ ਸੁਣਦੀਆਂ ਵੀ ਹੈ, ਪੜ੍ਹਦੀਆਂ ਵੀ ਹੈ। ਕਈ ਵੇਖੇ ਆ ਹੋਏ ਜੇ ਆਪਾਂ। ਜੇ ਪੜ੍ਹਨ ਪੜ੍ਹਾਉਣ ਦੀ ਗੱਲ ਆਉਂਦੀ ਹੈ ਤਾਂ ਗੁਰੂ ਪਾਤਸ਼ਾਹ ਸਮਝਾਉਂਦੇ, ਉਹ ਸ਼ਰਤ ਰੱਖਦੇ ਹੈ। ਗੁਰੂਆਂ ਨੇ ਸ਼ਰਤ ਰੱਖੀ ਹੈ। ਉਹ ਸ਼ਰਤ ਰੱਖੀ ਉਹਨਾਂ ਨੇ ਨਾਮ ਦੀ ਕਮਾਈ ਕਰਨ ਦੀ, ਸ਼ਰਤ ਰੱਖੀ ਹੈ ਸ਼ਬਦ ਨੂੰ ਕਮਾਉਣ ਦੀ, ਸ਼ਰਤ ਰੱਖੀ ਹੈ ਭਗਤੀ ਕਰਨ ਦੀ, ਜੋ ਸਾਰਿਆਂ ਦੇ ਦੁੱਖੜੇ ਹਰ ਨਾ ਕਰੇ। ਇਹੋ ਜਿਹੀ ਭਗਤੀ ਕਹਿੰਦੇ ਕਰੋ। ਉਹਨਾਂ ਵੇਦਾਂ ਗ੍ਰੰਥਾਂ ਨੂੰ ਪੜ੍ਹਨ ਦੀ, ਰਟਣ ਦੀ, ਕੰਠ ਕਰਨ ਦੀ ਗੱਲ ਨਹੀਂ ਕੀਤੀ। ਤੁਸੀਂ ਆ ਗ੍ਰੰਥ ਪੜ੍ਹਨੇ ਹੈ ਭਾਈ, ਪੂਰੇ ਦੇ ਪੂਰੇ ਪੜ੍ਹਨੇ ਹੈ, ਰਟਣੇ ਹੈ, ਅਭਿਆਸ ਕਰਨੇ ਹੈ। ਉਹਨਾਂ ਨਾਮ ਕਮਾਉਣ ਦੀ ਗੱਲ ਕੀਤੀ ਹੈ, ਸ਼ਰਤ ਰੱਖੀ ਹੈ ਨਾਮ ਕਮਾਉਣ ਦੀ। ਇਹ ਸਾਡੀ ਸ਼ਰਤ ਹੈ, ਨਾਮ ਦੀ ਕਮਾਈ ਕਰਨੀ, ਸ਼ਬਦ ਦੀ ਕਮਾਈ ਕਰਨੀ ਹੈ। ਹੁਣ ਜੋ ਸ਼ਬਦ ਦੀ ਕਮਾਈ ਕਰਨੀ ਹੈ, ਰੱਬ ਦੇ ਨਾਵੇਂ ਦੀ ਕਮਾਈ ਕਰਨੀ, ਭਗਤੀ ਕਰਨੀ, ਸਿਮਰਨ ਕਰਨਾ, ਉੱਥੇ ਪੜ੍ਹਨ ਪੜ੍ਹਾਉਣ ਦੀ ਤਾਂ ਗੱਲ ਹੀ ਹੈ ਨਹੀਂ, ਡਿਗਰੀਆਂ ਦੀ ਕੋਈ ਗੱਲ ਹੀ ਹੈ ਨਹੀਂ। ਲੈ ਵੀ ਆ ਡਿਗਰੀਆਂ ਕਰ, 10 ਕਲਾਸਾਂ ਕਰ, 12 ਕਲਾਸਾਂ ਕਰ, 15 ਕਲਾਸਾਂ ਕਰ, MA ਕਰ, BA ਕਰ, ਫਿਰ ਗੁਰੂ ਪੁੱਤ ਤੇ ਪ੍ਰਸੰਨ ਹੈ ਤਾਂ ਨਹੀਂ। ਕੋਈ ਨਾਮ ਦੀ ਕਮਾਈ ਕਰਨ ਵਾਸਤੇ, ਭਗਤੀ ਕਰਨ ਵਾਸਤੇ ਡਿਗਰੀਆਂ ਦੀ ਲੋੜ ਨਹੀਂ ਹੈ। ਕਹਿੰਦੇ ਨੇ ਜੋ ਪ੍ਰਾਣੀ ਗੋਬਿੰਦ ਤੇ ਆਵੇ, ਪੜ੍ਹਿਆ ਅਨਪੜ੍ਹਿਆ ਕਰਮ ਗਤੀ ਪਾਵੇ। ਕਹਿੰਦੇ ਤੇ ਪੜ੍ਹਨ ਪੜ੍ਹਾਉਣ ਦੀ ਗੱਲ ਨਹੀਂ ਹੈ, ਨਾਮ ਦੀ ਗੱਲ ਕੀਤੀ ਹੈ, ਨਾਮ ਦੀ ਕਮਾਈ ਦੀ ਗੱਲ ਕੀਤੀ। ਭਾਈ ਨਾਮ ਦੀ ਕਮਾਈ ਕਰੋ। ਜੋ ਪ੍ਰਾਣੀ ਗੋਬਿੰਦ ਤੇ ਆਵੇ, ਭਾਵ ਕਿ ਪਰਮਾਤਮਾ ਨੂੰ ਧਿਆਉਣਾ ਕਰਦਾ ਹੈ, ਸਿਰਜਣਹਾਰ ਨੂੰ ਧਿਆਉਣਾ ਕਰਦਾ ਹੈ, ਤੇ ਰੱਬ ਨੂੰ ਭਗਤ ਕਰਨਾ, ਸਿਮਰਨ ਕਰਨਾ ਹੈ, ਤੇ ਡਿਗਰੀਆਂ ਦੀ ਤਾਂ ਲੋੜ ਹੀ ਹੈ ਨਹੀਂ। ਨਹੀਂ ਤਾਂ ਗੁਰੂਆਂ ਨੇ ਕਿਹੜੀਆਂ ਡਿਗਰੀਆਂ ਕੀਤੀਆਂ ਭਾਈ? ਗੁਰੂ ਨਾਨਕ ਨੇ ਕਿਹੜੀਆਂ ਡਿਗਰੀਆਂ ਕੀਤੀਆਂ? ਜਾਂ ਸਤਿਗੁਰੂ ਗਿਆਨਨਾਥ ਹੋਏ, ਸਤਿਗੁਰੂ ਰਵਿਦਾਸ ਹੋਏ, ਕਬੀਰਦਾਸ ਹੋਏ, ਕਿਹੜੀਆਂ ਡਿਗਰੀਆਂ ਕੀਤੀਆਂ ਉਹਨਾਂ ਨੇ ਪੜ੍ਹਾਈ ਦੀਆਂ? ਕੋਈ ਡਿਗਰੀ ਨਹੀਂ ਕੀਤੀ। ਸਿਮਰਨ ਕੀਤਾ, ਭਗਤੀ ਕੀਤਾ, ਜਪਿਆ ਉਹਨੂੰ, ਤੇ ਗਿਆਨ ਦਰਗਾਹ ਉਹਨਾਂ ਦੇ ਅੰਦਰੋਂ ਆਇਆ। ਜੋ ਪ੍ਰਾਣੀ ਗੋਬਿੰਦ ਤੇ ਆਵੇ, ਪੜ੍ਹਿਆ ਅਨਪੜ੍ਹਿਆ ਪਰਮ ਗਤੀ ਪਾਵੇ। ਜਿਹੜਾ ਪੜ੍ਹਿਆ ਲਿਖਿਆ ਹੈ ਉਹ ਵੀ ਗਤੀ ਨੂੰ ਪ੍ਰਾਪਤ ਕਰ ਲੈਂਦਾ ਹੈ, ਜੋ ਅਨਪੜ੍ਹਿਆ ਹੈ ਉਹ ਵੀ ਉਹ ਗਤੀ ਨੂੰ, ਮੁਕਤੀ ਨੂੰ, ਜੁਗਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਸੋ ਗੱਲ ਇੱਥੇ ਨਾਮ ਦੀ ਕਮਾਈ ਦੀ ਹੈ, ਭਗਤੀ ਦੀ, ਸ਼ਬਦ ਕਮਾਉਣ ਦੀ ਗੱਲ ਕੀਤੀ ਹੈ। ਇਹ ਸ਼ਰਤ ਰੱਖੀ ਹੈ ਕਿ ਵੇਦਾਂ ਗ੍ਰੰਥਾਂ ਦੀ ਪੜ੍ਹਾਈ ਕਰਨੀ ਹੈ, ਇਹ ਸ਼ਰਤ ਕੋਈ ਨਹੀਂ ਰੱਖੀ। ਹੁਣ ਕਿਹੜੀ ਪੜ੍ਹਾਈ ਹੈ ਰੱਬ ਦੇ ਘਰ ਪ੍ਰਵਾਨ ਹੁੰਦੀ ਹੈ? ਹੁਣ ਕਹਿੰਦੇ ਗੁਰੂ ਤੋਂ ਖੁਸ਼ੀਆਂ ਲੈਣੀਆਂ ਕਿੱਦਾਂ? ਹੁਣ ਸਮਾਂ ਤਾਂ ਆਪਣਾ ਵਿਸ਼ਰਾਮ ਵਾਲਾ ਹੋ ਹੀ ਗਿਆ ਹੈ, ਤੇ ਜਲਦੀ ਸਮਾਪਤ ਕਰੀਏ, ਵਿਸ਼ਰਾਮ ਲਈਏ। ਪੜ੍ਹਾਈ ਕਿਹੜੀ ਰੱਬ ਦੇ ਘਰ ਪ੍ਰਵਾਨ ਹੁੰਦੀ ਹੈ? ਮੰਨ ਲਓ ਕਿਸੇ ਕੋਈ ਟੀਚਰ ਹੈ, ਜਾਂ ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ। ਕਿ ਕਿਸੇ ਨੇ ਡਾਕਟਰ ਦੀ ਪੜ੍ਹਾਈ ਕੀਤੀ, ਡਾਕਟਰ ਦਾ ਕੋਰਸ ਕੀਤਾ, ਕਰੇਗੀ, ਕਿਉਂਕਿ ਇਹ ਪੜ੍ਹਾਈਆਂ ਹੁੰਦੀਆਂ ਨਾ। ਕੋਈ ਟੀਚਰ ਬਣਦਾ ਹੈ, ਕਿੱਦਾਂ ਬਣਦਾ? ਪ੍ਰਿੰਸੀਪਲ ਬਣਦਾ, ਕਿੱਦਾਂ ਬਣਦਾ? ਪੜ੍ਹਾਈਆਂ ਕਰਕੇ ਬਣਦਾ, ਵਿਦਿਆ ਨੂੰ ਗ੍ਰਹਿਣ ਕਰਕੇ, ਕਲਮ ਚਲਾ ਕੇ, ਕਲਮ ਨੂੰ ਪੜ੍ਹ ਕੇ, ਫਿਰ ਹੀ ਉਹ ਟੀਚਰ ਬਣਦਾ, ਪ੍ਰਿੰਸੀਪਲ ਬਣਦਾ ਹੈ, ਪੜ੍ਹਾਈ ਹੁੰਦੀ ਉਹਦੀ। ਕੋਈ ਡਾਕਟਰ ਬਣਦਾ ਹੈ, ਉਹ ਪੜ੍ਹ ਕੇ, ਲਿਖ ਕੇ, ਵਿਚਾਰ ਕੇ, ਅਭਿਆਸ ਕਰਕੇ ਫਿਰ ਉਹ ਡਾਕਟਰ ਬਣਦਾ ਹੈ। ਕੋਈ ਇੰਜੀਨੀਅਰ ਬਣਦਾ ਹੈ, ਵਕੀਲ ਬਣਦਾ ਹੈ, ਪੜ੍ਹਾਈਆਂ ਦੇ ਸਿਰ 'ਤੇ ਹੀ ਹੈ ਨਾ, ਇਹ ਸਾਰੀਆਂ ਪੜ੍ਹਾਈਆਂ ਹੀ ਹੈ। ਕਿੱਦਾਂ ਕਹਿੰਦੇ ਤੁਹਾਡੀ ਪੜ੍ਹਾਈ ਸਫਲ ਹੋਵੇ? ਜੇ ਕੋਈ ਟੀਚਰ ਹੈ, ਪੜ੍ਹਾਈ ਕੀਤੀ ਹੈ, ਉਹਦੀ ਪੜ੍ਹਾਈ ਰੱਬ ਨੂੰ ਕਿੱਦਾਂ ਪ੍ਰਵਾਨ ਹੋਵੇ, ਗੁਰੂ ਨੂੰ ਕਿੱਦਾਂ ਪ੍ਰਵਾਨ ਹੋਵੇ? ਕਹਿੰਦੇ ਹਫਤੇ 'ਚ ਹੁੰਦੇ ਨਾ ਦਿਨ, ਹਫਤੇ 7 ਦਿਨ ਆ। ਕਹਿੰਦੇ 6 ਦਿਨ ਉਹ ਮੂੰਹ ਮੰਗਿਆ ਮਾਇਆ ਲਵੇ। ਫਿਰ ਬੀਬੀਆਂ ਹੁੰਦੀਆਂ ਕੱਪੜਾ ਲੈਣ ਗਏ, ਜਾਂ ਕੋਈ ਸੌਦਾ ਲੈਣ ਗਏ ਬਾਜ਼ਾਰ 'ਚੋਂ, ਉਹ ਜਿੱਦ ਕਰਦੀਆਂ ਕਿ ਭਾਈ ਇੰਨੇ ਦੇਣੇ ਤੇ ਇੰਨੇ ਦੇਣੇ ਹੈ। ਜੇ 100 ਕਿਹਾ 70 ਦੇਣੇ ਆ ਭਾਈ, ਲੈਣੇ ਤਾਂ ਲੈਣੇ ਤਾਂ ਨਾ ਹੀ। ਅਗਲਾ ਬੰਦਾ ਕਹਿੰਦਾ ਠੀਕ ਹੈ ਭਾਈ 70 ਹੀ ਦੇ, ਕੋਈ ਗੱਲ ਨਹੀਂ। ਜੋ ਡਾਕਟਰ ਦੀ ਗੱਲ ਆਉਂਦੀ ਹੈ, ਡਾਕਟਰ ਦੇ ਨਾਲ ਕੋਈ ਪੈਸਾ ਨਹੀਂ ਕਰਦਾ, ਕੋਈ ਜਿੱਦ ਨਹੀਂ ਕਰਦਾ। ਡਾਕਟਰ ਨੇ 100 ਮੰਗਿਆ ਤੇ 100 ਹੀ ਦੇਣਾ ਪੈਂਦਾ ਹੈ। ਸੋ ਇੱਥੇ
ਹੁਣ ਡਾਕਟਰ ਦੀ ਕਮਾਈ, ਡਾਕਟਰ ਦੀ ਪੜ੍ਹਾਈ ਕਿੱਦਾਂ ਸਫਲ ਹੋਵੇ? ਇਹ 7 ਦਿਨ ਹੈ, ਜਦੋਂ 6 ਦਿਨ ਮੂੰਹ ਮੰਗੀ ਮਾਇਆ ਲੈਣਾ ਹੈ। ਕਿਉਂਕਿ ਜਿਹੜੀ ਪੜ੍ਹਾਈ ਕੀਤੀ, ਜੇ ਪੈਸੇ ਲਾਏ ਪੜ੍ਹਾਈ 'ਤੇ, ਉਹ ਵੀ ਉਹਨੇ ਪੂਰੇ ਕਰਨਾ ਹੀ ਹੈ, ਇੱਦਾਂ ਹੀ ਪੂਰੇ ਕਰਨੇ। ਕਹਿੰਦੇ 6 ਦਿਨ ਤੋਂ ਮੂੰਹ ਮੰਗੀ ਮਾਇਆ ਲੈ ਤੇ 7ਵਾਂ ਦਿਨ ਪਰਉਪਕਾਰੀ ਬਣ ਜਾ, ਤਾਂ ਗੁਰੂ ਤੇ ਉੱਤੇ ਪ੍ਰਸੰਨ ਹੋਵੇ, ਤੇਰੀਆਂ ਕਰਮ ਅੰਦਰ, ਤੇਰੀ ਮੱਤ ਅੰਦਰ ਰਹਿਮਤ ਆਵੇ। 7ਵਾਂ ਦਿਨ ਕਹਿੰਦੇ ਉਹਦੇ ਲਿਖੇ ਲਾ ਦੇ, ਕੋਈ ਫ੍ਰੀ ਇਲਾਜ ਕਰ ਦੇ, ਕੋਈ ਪੂਰੇ ਪੈਸੇ ਲੈਣ ਨਹੀਂ ਲੈਣੇ, ਅੱਧੇ ਲੈ ਲਾ, ਰੱਬ ਦੇ ਉੱਤੇ ਪ੍ਰਸੰਨ ਹੈ। ਜੇ ਤੂੰ ਕਹਿੰਦੇ ਅਗਲੇ ਬੰਦਾ ਖੂਨ ਹੀ ਚੂਸਣਾ ਹੈ, 10 ਰੁਪਏ ਦੀ ਗੋਲੀ ਹੈ, ਦੇਣੀ 100 ਦੀ ਹੈ, ਇੱਦਾਂ ਕਹਿੰਦੇ ਰੱਬ ਦੇ ਉੱਤੇ ਪ੍ਰਸੰਨ ਨਹੀਂ ਹੈ। ਤੇਰੀ ਪੜ੍ਹਾਈ ਕੀਤੀ ਹੋਈ ਕਿਸੇ ਕੰਮ ਦੀ ਨਹੀਂ ਹੈ, ਲਹੂ ਹੀ ਪੀ ਰਿਹਾ ਤੂੰ। ਕਿਉਂ? ਡਾਕਟਰ ਲੋਕ ਕਰਦੇ ਇੱਦਾਂ ਹੀ ਹੈ। ਨੋਰਮਲ ਕੇਸ ਹੋਵੇ ਉਹ ਐਂ ਵੱਡਾ ਕਰ ਦਿੰਦੇ, ਨਹੀਂ ਭਾਈ ਇਹ ਤਾਂ ਬਚਣਾ ਬਹੁਤ ਮੁਸ਼ਕਿਲ ਹੈ, ਇੰਨੇ ਪੈਸੇ ਲੱਗਣੇ ਆ ਤੇ ਪਹਿਲਾਂ ਜਮ੍ਹਾਂ ਕਰੋ। ਕਰਦੇ ਡਾਕਟਰ ਇੱਦਾਂ। ਉਹ ਬੰਦੇ ਗਰੀਬੀ ਨਹੀਂ ਵੇਖਦੇ, ਅਵਸਥਾ ਨਹੀਂ ਵੇਖਦੇ, ਆਪਣੀ ਰਕਮਾਂ ਵੇਖਦੇ ਆ। ਅੱਜ ਦੇ ਮਾਹੌਲ ਨੂੰ ਦੇਖੋ ਤਾਂ ਗੋਲੀ ਹੁੰਦੀ ਹੈ 10 ਰੁਪਏ ਦੀ, ਦਿੰਦੇ ਉਹ 100 ਰੁਪਏ ਦੀ ਹੈ। ਹੁਣ ਮੈਡੀਕਲ 'ਤੇ ਤੁਸੀਂ ਜਾਓ ਨਾ, 50 ਰੁਪਏ ਦੀ ਗੋਲੀ ਹੈ, ਉਹ ਤਾਂ ਕਹਿੰਦਾ ਚਲ ਉਹ 30 ਦੀ ਦੇ ਦਿੰਦਾ ਹੈ, ਅਤੇ ਸਾਡੇ ਕੋਲ ਬੜਾ ਖੁਸ਼ ਹੁੰਦਾ, ਲੈ ਵੀ ਲਿਖਿਆ ਤਾਂ ਪਰ 50 ਰੁਪਏ ਹੈ, ਪਰ ਬੰਦੇ 30 ਦੇਤੀ ਹੈ, ਬੜਾ ਖੁਸ਼ ਹੋ ਗਿਆ, ਲੈ ਮੈਨੂੰ 20 ਰੁਪਏ ਬਚ ਗਏ। ਪਰ ਅਗਲਾ ਬੰਦਾ 30 ਲੈਂਦਾ ਨਾ, ਉਹਦੇ ਵਿੱਚ ਵੀ ਪ੍ਰੋਫਿਟ ਹੁੰਦਾ ਹੈ, ਉਹਦੀ ਕਮਾਈ ਹੁੰਦੀ ਹੈ। ਸੋ ਤਰੀਕਾ ਦੱਸਿਆ ਕਿ ਕਿੱਦਾਂ ਤੇਰੀ ਪੜ੍ਹਾਈ ਸਫਲ ਹੋ ਸਕੇ। ਜੇ ਡਾਕਟਰ ਹੈ, ਕਦੇ 6 ਦਿਨ ਮੂੰਹ ਮੰਗੀਆਂ ਰਕਮਾਂ ਲੈ ਲੈ ਤੇ 7ਵਾਂ ਦਿਨ ਉਹਦੇ ਲਿਖੇ ਲਾ ਦੇ, ਕੋਈ ਫ੍ਰੀ ਸੇਵਾ ਕਰ ਦੇ, ਅੱਧੇ ਮੁੱਲ 'ਤੇ ਚਾਹੇ ਦਵਾਈ ਦੇ ਦੇ। ਇੱਦਾਂ ਰੱਬ ਵੀ ਪ੍ਰਸੰਨ ਦਿੱਤੇ, ਤੇਰੀ ਪੜ੍ਹਾਈ ਵੀ ਸਫਲ, ਤੇਰੀ ਕਰਨੀ ਵੀ ਸਫਲ। ਇੱਦਾਂ ਹੀ ਅੱਗੇ ਲੈ ਲਓ, ਕੋਈ ਵਕੀਲ ਲੈ ਲਓ, ਟੀਚਰ ਲੈ ਲਓ, ਇੱਦਾਂ ਹੀ ਹੈ। ਇਹਦੀ ਹੀ ਸਮਝ ਲਓ। ਹੁਣ ਪੜ੍ਹਾਈ, ਕੁਝ ਪੜ੍ਹਾਈਆਂ ਕਰਦੇ ਆ, ਗੁਰੂਆਂ ਸ਼ਬਦ ਤੇ ਉਹਨੇ ਕਹਿੰਦੇ ਪੜ੍ਹ ਪੜ੍ਹ ਸਭ ਕੋ ਹੁਜਤ ਕਰਨੀ, ਉਸ ਖਾਏ ਬਿਦ ਕੀ ਕਰਨੀ। ਹੁਣ ਕਈ ਪੜ੍ਹਾਈਆਂ ਕਰਦੇ ਆ ਅਗਲੇ ਬੰਦੇ ਨੂੰ ਨੀਵਾਂ ਦਿਖਾਉਣ ਦੇ ਲਈ, ਅਗਲੇ ਬੰਦੇ ਨੂੰ ਸ਼ਰਮਸਾਰ ਕਰਨ ਦੇ ਲਈ। ਮੈਂ ਕੀਤੀ ਹੈ ਪੜ੍ਹਾਈ, ਮੈਂ ਹੋ ਗਿਆ ਉੱਚਾ, ਇਹਨੇ ਪੜ੍ਹਾਈ ਨਹੀਂ ਕੀਤੀ, ਇਹ ਹੋ ਗਿਆ ਨੀਵਾਂ। ਉਹਨੂੰ ਸ਼ਰਮਸਾਰ ਕਰਦੇ ਆ, ਨੀਵਾਂ ਕਰਦੇ ਆ, ਦਬਕਾਉਂਦੇ ਆ, ਢਾਂਚਾ ਕਰਦੇ ਆ। ਹੁਣ ਆਪਣੀ ਪੜ੍ਹਾਈ ਦਾ ਕਰ ਲਿਆ ਗਲਤ ਇਸਤੇਮਾਲ। ਕਹਿੰਦੇ ਨਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਕਹਿੰਦੇ ਵਿਦਿਆ ਦਾ ਵਿਚਾਰਦੀ ਹੈ, ਪਰਉਪਕਾਰ ਦੀ, ਪਰਉਪਕਾਰ ਵਾਲੀ ਭਾਵਨਾ ਰੱਖ। ਜੇ ਵਿਦਿਆ ਹਾਸਲ ਕੀਤੀ ਹੈ, ਪਰਉਪਕਾਰ ਦੇ ਵੱਲ ਇਹਨੂੰ ਵਰਤ, ਵਿਚਾਰ ਦੇ ਵੱਲ ਵਰਤ, ਇਹਨੂੰ ਵਿਚਾਰ ਕਰਕੇ ਫਿਰ ਭਲੇ ਵੱਲ ਵਰਤ, ਤਾਂ ਤੇਰੀ ਸਫਲ ਹੈ। ਕਿਉਂਕਿ ਕਰਦੇ ਬੰਦੇ ਇੱਦਾਂ ਹੀ ਹੈ। ਆਪਾਂ ਦਸੂਵੇ ਗਏ, ਕਿਸੇ ਨੂੰ ਲੋਨ ਲੈ ਕੇ ਦੇਣਾ ਸੀ, ਆਪਣੇ ਕਰਨੇ ਸਹਿਰ, ਅਤੇ ਕਿਸੇ ਨੂੰ ਦੇਣਾ ਹੀ ਲੋਨ ਲੈ ਕੇ। ਵਰਤਣੇ ਕਿਸੇ ਸੀ, ਸਾਡੀ ਵਿੱਚ ਗਵਾਹੀ ਸੀ ਬਸ। ਚਲੋ ਗਵਾਹੀ ਦੇਣ ਚਲੇ ਗਏ। ਉੱਥੇ ਇੱਕ ਹਲਕੀ ਜਿਹੀ ਉਮਰ ਦਾ ਲੜਕਾ ਨਾ, ਅਤੇ ਔਰਤਾਂ ਸੀ, ਔਰਤਾਂ ਬੜੀਆਂ ਵਡੇਰੀ ਉਮਰ ਦੀਆਂ, ਉਹਦੀਆਂ ਮਾਵਾਂ ਦੇ ਬਰਾਬਰ ਤਾਂ ਹੋਣਗੀਆਂ ਹੀ। ਅਤੇ ਹਲਕੀ ਜਿਹੀ ਉਮਰ ਦਾ ਲੜਕਾ ਬੜੇ ਦਬਕੇ ਮਾਰੇ ਉਹਨਾਂ ਨੂੰ, ਬੜਾ ਸ਼ਰਮਸਾਰ ਜਿਹਾ ਕਰੇ। ਸਾਨੂੰ ਬੜਾ ਗੁੱਸਾ ਜਿਹਾ ਲੱਗਾ, ਬੜੀ ਨਾਰਾਜ਼ਗੀ ਜਿਹੀ ਹੋਈ। ਯਾਰ ਚਲੋ ਪੜ੍ਹਿਆ ਲਿਖਿਆ ਹੈ, ਕੁਰਸੀ 'ਤੇ ਬੈਠਾ ਹੈ, ਅਤੇ ਇਹ ਸੋਚੀ ਕਿ ਜੇ ਪੜ੍ਹਿਆ ਲਿਖਿਆ ਤਾਂ ਅਗਲੇ ਬੰਦੇ ਨੂੰ ਨੀਵਾਂ ਦੱਸੇ, ਸ਼ਰਮਸਾਰ ਕਰੇ, ਦਬਕੇ ਮਾਰੇ। ਇਹ ਤੇਰੀ ਪੜ੍ਹਾਈ ਚੰਗੀ ਸਿਰੀ ਹੈ। ਸੋ ਅਸੀਂ ਆਪਣੀ ਮੱਤ ਦੇ ਨਾਲ ਸਮਝਾਇਆ ਅਤੇ ਸਮਝ ਵੀ ਉਹਨੂੰ ਆ ਗਈ, ਚੁੱਪ ਹੋ ਕੇ ਬਹਿ ਗਿਆ। ਹਰ ਭਾਈ ਜੇ ਵਿਦਿਆ ਹਾਸਲ ਕੀਤੀ ਹੈ, ਵਿਦਿਆ ਪੜ੍ਹਿਆ ਨਾ, ਅਦਬ ਕਰ, ਸਤਿਕਾਰ ਕਰ। ਜੇ ਤੇ ਤੂੰ ਗੁਨਾਹ ਕਰਕੇ ਕੋਈ ਅੱਗੇ ਆ ਨਾ, ਉਹ ਤੋਂ ਗੁਣ ਲੈ ਲੈ, ਉਪਦੇਸ਼ ਨਾ ਕਰ। ਜੇ ਬੰਦਾ ਨਾ ਗੁਨਾਹ ਕਰਕੇ, ਕੋਈ ਚੰਗੀ ਕਰਨੀ ਕਰਕੇ, ਚੰਗੀ ਮੱਤ ਕਰਕੇ, ਗਿਆਨ ਕਰਕੇ, ਇਹ ਸਮਝ ਕੇ ਬਹੁਤਾ ਗਿਆਨ ਜਿਹੜਾ ਪੜ੍ਹਿਆ ਲਿਖਿਆ ਨੂੰ ਹੁੰਦਾ ਹੈ,
ਬੜੇ ਗੁਣਕਾਰੀ ਜਿਹੜੇ ਪੜ੍ਹੇ ਲਿਖੇ ਹੁੰਦੇ ਆ, ਮੱਤ ਸਰਮੱਤ ਵਾਲੇ ਪੜ੍ਹੇ ਲਿਖੇ ਹੁੰਦੇ ਤਾਂ ਨਹੀਂ, ਇਹ ਵੀ ਗੱਲ ਝੂਠੀ ਹੈ। ਪੜ੍ਹੇ ਲਿਖੇ ਵੀ ਮੂਰਖਤਾ ਵਾਲੇ ਕੰਮ ਕਰ ਜਾਂਦੇ ਆ, ਨੀਚਾ ਵਾਲੇ ਕੰਮ ਪੜ੍ਹੇ ਲਿਖੇ ਵੀ ਕਰ ਜਾਂਦੇ ਆ, ਕਰਦੇ ਆ। ਜਿੱਦਾਂ ਜਾਤਾਂ ਪਾਤਾਂ ਗੋਤਾਂ ਜਿਹੜੀਆਂ ਪਾਈਆਂ ਐ, ਵੰਡ ਵਿਤਕਰੀਆਂ ਪਾਈਆਂ ਨੇ, ਕਿਹਨਾਂ ਪਾਈਆਂ? ਪੜ੍ਹਿਆ ਲਿਖਿਆ ਨੇ ਪਾਈਆਂ ਨਾ, ਅਨਪੜ੍ਹਾਂ ਨੇ ਸਹੀਆਂ ਪਾਈਆਂ। ਅਨਪੜ੍ਹਾਂ ਨੇ ਸਾਂਝੀ ਵਾਲਤਾ ਰੱਖੀ ਹੈ, ਰੱਬੀ ਪ੍ਰੇਮ ਪਾਲਿਆ ਉਹਨਾਂ ਨੇ ਅਨਪੜ੍ਹਾਂ ਨੇ। ਪਰ ਜਿਹੜੇ ਪੜ੍ਹੇ ਲਿਖੇ ਸੀ ਉਹਨੇ ਉੱਚਾ ਕਰਤਾ, ਨੀਵਾਂ ਕਰਤਾ, ਮੱਧਮ ਕਰਤਾ। ਆਹ ਚੰਗਾ ਤਾਂ ਆਹ ਮਾੜਾ, ਆਹ ਸਵਰਨ ਹੈ, ਆਹ ਚਾਂਦੀ ਹੈ, ਤੇ ਆਹ ਮਲੀਨ ਹੈ। ਬਹੁਤੇ ਪੜ੍ਹਿਆ ਲਿਖਿਆ ਦੀਆਂ ਨਿਸ਼ਾਨੀਆਂ। ਸੋ ਇਹੋ ਜਿਹੇ ਕਦੇ ਪੜ੍ਹਾਈਆਂ ਨਾ ਹੋਵੇ ਕਿ ਪੜ੍ਹ ਲਿਖ ਸਭ ਕੋ ਹੁਜਤ ਕਰਨੀ। ਪੜ੍ਹਾਈਆਂ ਤਾਂ ਕਰ ਲਈਆਂ, ਪਰ ਕਾਹਦੇ ਵਾਸਤੇ ਪੜ੍ਹਾਈ ਵਰਤੀ? ਹੁਜਤ ਕਰਨ ਵਾਸਤੇ। ਮੈਂ ਕਿਸੇ ਨਾਲ ਹੁਜਤ ਕਰ ਸਕਾਂ, ਕਿਸੇ ਦਾ ਮਜ਼ਾਕ ਉਡਾ ਸਕਾਂ, ਕਿਸੇ ਨੂੰ ਸ਼ਰਮ ਕਰ ਸਕਾਂ, ਕਿਸੇ ਨੂੰ ਨੀਵਾਂ ਦਿਖਾ ਸਕਾਂ, ਇਸ ਕਰਕੇ ਮੈਂ ਪੜ੍ਹਾਈ ਕੀਤੀ ਹੈ। ਅਤੇ ਇਹੋ ਜਿਹੀ ਪੜ੍ਹਾਈ ਰੱਬ ਦੀ ਦਰਗਾਹ ਪ੍ਰਵਾਨ ਨਹੀਂ ਹੁੰਦੀ। ਉਸ ਤੋਂ ਕਾਂ ਬਿਦ ਕੀ ਕਰਨੀ? ਜੋ ਪੜ੍ਹ ਲਿਖ ਗਏ ਨੇ, ਵਿੱਦਿਆ ਹਾਸਲ ਕਰ ਲਈ, ਪਰ ਦੂਜੇ ਨੂੰ ਸ਼ਰਮਸਾਰ ਕਰਦੇ, ਨੀਵਾਂ ਦਿਖਾਉਂਦੇ ਆ। ਕਹਿੰਦੇ ਜੇ ਭਾਈ ਤੇ ਤੋਂ ਗੁਣਾਂ ਤੋਂ ਅੱਗੇ ਹੀ ਆ ਨਾ, ਉਹ ਤੋਂ ਗੁਣ ਲੈ, ਉਹਨੂੰ ਉਪਦੇਸ਼ ਨਾ ਕਰ। ਜਿਹੜਾ ਗੁਨਾਹ ਕਰਕੇ ਤੇਰੇ ਨਾਲ ਬਰਾਬਰ ਹੈ, ਤੇਰੇ ਗਿਆਨ ਦੇ ਬਰਾਬਰ ਹੈ, ਚਾਹੇ ਉਹ ਪੜ੍ਹਿਆ ਨੇ ਚਾਹੇ ਨਹੀਂ ਪੜ੍ਹਿਆ। ਨਹੀਂ ਤਾਂ ਗੁਰੂ ਰਹਿਬਰ ਕਿੰਨੇ ਪੜ੍ਹੇ ਲਿਖੇ ਸੀ, ਅਤੇ ਗਿਆਨ ਰੱਬ ਵਾਲਾ ਉਹਨਾਂ ਕੋਲ, ਮੱਤ ਰੱਬ ਵਾਲੀ, ਪੂਜੇ ਜਾਂਦੇ। ਜੇ ਉਹ ਗਿਆਨ ਕਰਕੇ ਗੁਣ ਕਰਕੇ ਤੇਰੇ ਨਾਲ ਬਰਾਬਰ ਹੈ ਨਾ, ਉਹਦਾ ਅਦਬ ਕਰ, ਉਹਦਾ ਸਤਿਕਾਰ ਕਰ, ਸ਼ਰਮਸਾਰ ਨਾ ਕਰ। ਜੇ ਕੋਈ ਬੰਦਾ ਗੁਣ ਕਰਕੇ ਤੇਰੇ ਤੋਂ ਨੀਵਾਂ ਹੈ, ਉਹਦੀ ਹੱਥ ਪਕੜ ਅਤੇ ਆਪਣੀ ਮੱਤ ਵਾਲਾ ਉਹਨੂੰ ਕਰ ਲੈ। ਇਹ 'ਚ ਤੇਰੀ ਵਡਿਆਈ ਹੈ। ਇਹੋ ਜਿਹੀ ਕਰਨੀ ਤੂੰ ਕਰਕੇ ਰੱਬ ਦੇ ਘਰ ਸਫਲ ਹੋ ਸਕਦਾ ਹੈ। ਇੱਦਾਂ ਤੇਰੀ ਪੜ੍ਹਾਈ ਸਫਲ ਹੋ ਸਕਦੀ ਹੈ। ਸੋ ਇੱਕ ਬੰਦਾ ਪੜ੍ਹਾਈਆਂ ਕਰਦਾ ਹੈ ਕਿਸੇ ਨੂੰ ਹੁਜਤ ਕਰਨ ਵਾਸਤੇ, ਕਿਸੇ ਨੂੰ ਨੀਵਾਂ ਦਿਖਾਉਣ ਵਾਸਤੇ ਕਿ ਮੈਂ ਚੰਗਾ ਤੇ ਬਾਕੀ ਸਾਰੇ ਮੰਦੇ, ਮੈਂ ਪੜ੍ਹਿਆ ਤੇ ਬਾਕੀ ਸਾਰੇ ਅਨਪੜ੍ਹ। ਬਾਕੀ ਸਾਰੇ ਅਨਪੜ੍ਹ ਹੀ ਹੈ, ਅਨਪੜ੍ਹ ਹੀ ਹੈ ਵੀ। ਮੈਂ ਪੜ੍ਹਿਆ ਲਿਖਿਆ, ਮੈਂ ਸੂਝਵਾਨ, ਮੈਂ ਵਿਦਵਾਨ, ਮੈਂ ਸਿਆਣਾ। ਇਹੋ ਜਿਹੀ ਪੜ੍ਹਾਈਆਂ ਕਹਿੰਦੇ ਰੱਬ ਦੇ ਦਰ 'ਤੇ ਪ੍ਰਵਾਨ ਨਹੀਂ ਹੁੰਦੀਆਂ, ਜੋ ਦੂਜੇ ਨੂੰ ਸ਼ਰਮਸਾਰ ਕਰਦੀਆਂ ਅਤੇ ਆਪਣੇ ਆਪ ਨੂੰ ਉੱਚਾ ਦੱਸਦਾ ਹੈ। ਸਿੱਖ ਪੜ੍ਹਾਈ ਬੰਦਾ ਕਰਦਾ ਹੈ ਕਿ ਹਾਂ ਵੀ ਮੈਂ ਪੜ੍ਹਾਈ ਕਰ ਰਿਹਾ, ਵੇਦਾਂ ਗ੍ਰੰਥਾਂ ਦੀ, ਕਿਤਾਬਾਂ ਦੀ ਗਿਆਨ ਲੈ ਰਿਹਾ ਹੈ, ਕਿ ਮੈਨੂੰ ਬਜ਼ੁਰਗਾਂ ਵਾਲਾ, ਉਹਨਾਂ ਦੇਵਤਿਆਂ ਵਾਲਾ, ਗੁਰੂਆਂ ਵਾਲਾ ਸਤਿਕਾਰ ਮਿਲੇ। ਇੱਕ ਬੰਦਾ ਪੜ੍ਹਾਈ ਕਰਦਾ ਹੈ ਕਿ ਮੈਨੂੰ ਬਜ਼ੁਰਗਾਂ ਵਾਲਾ, ਸੰਤਾਂ ਵਾਲਾ, ਗੁਰੂਆਂ ਵਾਲਾ ਅਦਬ ਮਿਲੇ, ਸਤਿਕਾਰ ਮਿਲੇ, ਇਸ ਕਰਕੇ ਮੈਂ ਪੜ੍ਹਾਈਆਂ ਕਰਦਾ ਗ੍ਰੰਥਾਂ ਦੀਆਂ, ਵੇਦਾਂ ਦੀਆਂ। ਅਤੇ ਜਿਹੜੇ ਜੀਵ ਇਹੋ ਜਿਹੀ ਸੋਚ ਰੱਖਦੇ ਆ ਨਾ, ਉਹ ਵੀ ਰੱਬ ਦੇ ਘਰ ਕਬੂਲੇ ਨਹੀਂ ਜਾਂਦੇ। ਹਾਂ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਤਾਂ ਕਰ ਰਿਹਾ ਹੈ ਕਿ ਮੈਨੂੰ ਸਾਰੇ ਅਦਬ ਕਰਨ, ਸਤਿਕਾਰ ਕਰਨ, ਬਜ਼ੁਰਗਾਂ ਵਾਲਾ ਮੈਨੂੰ ਪ੍ਰੇਮ ਕਰਨ। ਅਤੇ ਇਹੋ ਜਿਹੇ ਕਹਿੰਦੇ ਪੜ੍ਹਾਈਆਂ ਕੰਮ ਨਹੀਂ ਆਉਂਦੀਆਂ। ਇਹੋ ਜਿਹੀ ਪੜ੍ਹਾਈ ਵੀ ਰੱਬ ਦੇ ਘਰ 'ਤੇ ਪ੍ਰਵਾਨ ਨਹੀਂ ਹੈ। ਹੁਣ ਕਈਆਂ ਦੇਖੋ ਵੇਦਾਂ ਗ੍ਰੰਥਾਂ ਦੀ ਪੜ੍ਹਾਈਆਂ ਨੂੰ ਨਾ ਧੰਦੇ ਬਣਾ ਲਏ ਹੈ। ਰੱਬ ਦੀ ਸਿਫਤ ਸਲਾਹ ਗਾਉਣੀ ਹੈ, ਪਰ ਧੰਦਿਆਂ ਵਾਸਤੇ ਉਹ ਧੰਦੇ ਬਣਾ ਲਏ ਹੈ। ਜੋ ਉੱਦਾਂ ਕੋਈ ਕਿਸੇ ਦਾ ਭਲਾ ਕਰਨਾ ਹੋਵੇ ਕਿ ਚਲੋ ਭਾਈ ਬੰਦਾ ਗਰੀਬ ਨਿਮਾਣਾ ਹੈ, ਚਲੋ ਉਹ ਰੱਬ ਦੇ ਗੁਣ ਗਾਉਣ ਗਾਈਏ, ਘਰ ਜਾ ਕੇ ਕੋਈ ਸਿਫਤ ਸਲਾਹ ਕਰੀਏ, ਦੁੱਖ ਹਰਨਾ ਕਰੀਏ, ਅਰਦਾਸ ਬੇਨਤੀ ਕਰੀਏ ਉਹਦੇ ਘਰ ਜਾ ਕੇ। ਜੇ ਤਾਂ ਕੋਈ ਸਿੱਕਾ ਆਉਂਦਾ ਨਜ਼ਰ ਨਹੀਂ ਆ ਰਿਹਾ ਫਿਰ ਤਾਂ ਨਹੀਂ ਜਾਣਾ। ਜੇ ਸਿੱਕੇ ਆਉਂਦੇ ਨਜ਼ਰ ਆ ਰਹੇ ਹੈ ਫਿਰ ਦੌੜ ਕੇ ਜਾਣਾ। ਫਿਰ ਇਹ ਦੇਖਣਾ ਰਾਤ ਹੈ ਜਾਂ ਦਿਨ ਹੈ, ਸਿਖਰ ਦੁਪਹਿਰਾ, ਫਿਰ ਤਾਂ ਜਾਣਾ ਹੀ ਜਾਣਾ ਹੈ, ਕਿਉਂਕਿ ਸਿੱਕੇ ਨਜ਼ਰ ਆ ਰਹੇ ਹੈ। ਜੇ ਸਿੱਕਾ ਨਜ਼ਰ ਨਾ ਆਵੇ ਅੱਗੇ ਫਿਰ ਤਾਂ ਨਹੀਂ ਭਾਈ, ਫਿਰ ਨਹੀਂ ਜਾਣਾ। ਅਤੇ ਇਹੋ ਜਿਹੀ ਕਰਨੀ ਵੀ ਸਫਲ ਨਹੀਂ ਹੁੰਦੀ। ਹੁਣ ਇੱਦਾਂ ਹੀ ਨਾ, ਹੁਣ ਆਪਾਂ ਕਿਸੇ ਦਾ ਨਾਵਾਂ ਨਹੀਂ ਲੈਂਦੇ, ਕਿਸੇ ਦਾ ਐਡਰੈਸ ਨਹੀਂ ਦੱਸਦੇ ਕਿ ਆਹ ਐਡਰੈਸ ਆਹ ਨਵਾਂ ਹੈ। ਇੱਦਾਂ ਹੀ ਦਿਨ ਦੋ ਭਾਈ ਪਾਰਟੀ ਸਾਹਿਬ ਦੋ ਇਕੱਠੇ ਹੋਏ। ਇੱਕ ਪਾਰਟੀ ਸਾਹਿਬ ਕਹਿਣ ਲੱਗਾ ਕਿ ਹਾਂ ਵੀ ਹਾਂਜੀ ਪਾਤਸ਼ਾਹ ਜੀ, ਹਾਂਜੀ ਮਹਾਰਾਜ ਵਾਹਿਗੁਰੂ ਜੀ, ਉਹ ਡਿਊਟੀ ਨਿਭਾ ਕੇ ਆ ਗਏ। ਕਹਿੰਦੇ ਨਹੀਂ, ਡਿਊਟੀ ਨਿਭਾ ਕੇ ਨਹੀਂ ਆਏ, ਡਿਊਟੀ 'ਤੇ ਗਏ ਸੀ ਪਰ ਮੁੜ ਆਏ ਆ। ਕਹਿੰਦੇ ਨਿਭਾਈ ਕਿਉਂ ਨਹੀਂ? ਕਹਿੰਦੇ ਨਿਭਾਈ ਆਪਾਂ ਇਸ ਕਰਕੇ ਤੋੜ ਚੜਾਈ ਇਸ ਕਰਕੇ ਨਹੀਂ
ਕਿਉਂਕਿ ਆਪਣੀ ਫੀਸ ਹੈ 1100 ਰੁਪਈਆ। ਬਾਣੀ ਚਾਹੇ ਦੁੱਖ ਦੀ ਹੋਵੇ, ਬਾਣੀ ਚਾਹੇ ਸੁੱਖ ਦੀ ਹੋਵੇ, ਸਾਡੀ ਫੀਸ ਹੈ 1100 ਰੁਪਈਆ। ਪਰ ਸਾਨੂੰ ਘਰ ਵਾਲੇ ਦੇ ਰਹੇ ਸੀ 700 ਰੁਪਈਆ, ਤਾਂ ਆਪਾਂ ਉੱਥੇ ਹੀ ਛੱਡ ਕੇ ਆ ਗਏ ਕਿ ਭਾਈ ਕਿਸੇ ਹੋਰ ਕੋ ਕਰਾ ਲਓ। ਦੱਸੋ ਆਹ ਗੱਲ ਹੈ ਕੋਈ ਕਰਨ ਵਾਲੀ, ਹੈ ਕੋਈ ਗੁਰਮਤ ਵਾਲੀ, ਹੈ ਕੋਈ ਬ੍ਰਹਮ ਗਿਆਨ ਵਾਲੀ? ਤਾਂ ਨਹੀਂ, ਬਿਲਕੁਲ ਵੀ ਨਹੀਂ। ਜੇ ਤੈਨੂੰ 700 ਰੁਪਈਆ ਦੇ ਰਿਹਾ ਹੈ ਤਾਂ ਇਹ ਕੀ ਹੋਇਆ? ਇੱਕ ਦਿਨ 700 ਰੁਪਈਆ ਲੈ ਲਊਂਗਾ ਤਾਂ ਕੀ ਹੋ ਗਿਆ? ਚੱਲ ਤੂੰ ਅਰਦਾਸ ਬੇਨਤੀ ਕਰ, ਭਲਾ ਲੋਚ ਬੰਦੇ ਦਾ, ਰੱਬ ਦੇ ਤੇ ਖੁਸ਼ ਹੋਵੇ, ਨਿਹਾਲ ਹੋਵੇ। ਜੇ ਤੂੰ ਮਾਇਆ ਦੇਖੀ ਹੈ, ਮਾਇਆ ਦੇਖਣ ਵਾਲੇ ਨੂੰ ਰੱਬ ਖੁਸ਼ ਨਹੀਂ ਹੁੰਦਾ, ਉਹ ਰੱਬ ਦੀ ਰਹਿਮਤ ਦਾ ਪਾਤਰ ਨਹੀਂ ਬਣਦਾ। ਉਹ ਧੰਦਾ ਬਣਾ ਲਿਆ ਇੱਕ, ਗੁਰਾਂ ਦੀ ਬਾਣੀ ਨੂੰ ਵੀ ਧੰਦੇ ਵਾਲੇ ਫਿਰ ਧੰਦਿਆਂ 'ਚ ਪੈ ਰਹਿੰਦੇ ਆ, ਰੱਬ ਦੀਆਂ ਰਹਿਮਤਾਂ ਵੱਲ ਤਾਂ ਹੁੰਦੇ ਹੀ ਨਹੀਂ ਗੇ। ਸੋ ਇਹੋ ਜਿਹੀ ਕਈ ਕਹਾਣੀਆਂ ਹੈ। ਇੱਕ ਪਾਠੀ ਸਾਹਿਬ ਨੇ ਕਹਿਣ ਕੀਤਾ ਕਿ ਹਾਂ ਵੀ ਬਾਬਾ ਜੀ ਤੁਸੀਂ ਆਰਤੀ ਗਾਇਆ ਕਰੋ, ਸਵੇਰ ਸ਼ਾਮ ਆਰਤੀ ਗਾਇਆ ਕਰੋ। ਉਹ ਕਹਿੰਦੇ ਆਰਤੀ ਗਾਵਾਂਗੇ ਤਾਂ ਸਾਡੀ ਸੈਲਰੀ ਕਿਤੇ ਵਧਾਉਣੀ ਕਰੋ, ਸੈਲਰੀ ਵਧਾਓ ਤਾਂ ਆਪਾਂ ਆਰਤੀ ਗਾਵਾਂਗੇ। ਅਸੀਂ ਬੜੇ ਹੈਰਾਨ ਹੋਏ ਕਿ ਹਾਂ ਵੀ ਯਾਰ 5 ਮਿੰਟ ਦੀ ਆਰਤੀ ਹੈ, ਨਾਲੇ ਆਪਣੀ ਰੂਹ ਨੂੰ ਹੁਲਾਰੇ ਆਉਂਦੇ ਹੈ। ਜੋ ਢੋਲਕੇ ਦੇ ਨਾਲ, ਛਾਣੇ ਦੇ ਨਾਲ, ਚਿਮਟੇ ਦੇ ਨਾਲ ਆਰਤੀ ਗਾਈ ਜਾਂਦੀ ਹੈ, ਆਪਣੀ ਰੂਹ ਨੂੰ ਹੁਲਾਰੇ ਆਉਂਦੇ ਹੈ, ਆਨੰਦ ਆਉਂਦਾ ਹੈ, ਫਾਇਦਾ ਹੀ ਹੈ। ਰੱਬ ਦੀ ਸਿਫਤ ਸਲਾਹ ਵਧੀਆ ਹੋ ਜਾਂਦੀ ਹੈ। ਉਹ ਬੰਦਾ ਕਹਿਣ ਲੱਗਾ ਆਰਤੀ ਮੈਂ ਗਾਊਂਗਾ ਤਾਂ, ਪੜ੍ਹੂੰਗਾ ਤਾਂ, ਪਹਿਲਾਂ ਮੇਰੀ ਸੈਲਰੀ ਵਧਾਉਣੀ ਕਰੋ, ਤਨਖਾਹ ਵਧਾਉਣੀ ਕਰੋ। ਇਹੋ ਜਿਹੇ ਵੀ ਹੈਗੇ ਆ, ਅਤੇ ਇਹੋ ਜਿਹੇ ਕਰਨੀ ਦੇਖੋ ਰੱਬ ਦੇ ਘਰ ਸਫਲ ਹੋ ਜਾਏਗੀ, ਪ੍ਰਵਾਨ ਹੋ ਜਾਏਗੀ? ਤਾਂ ਬਿਲਕੁਲ ਨਹੀਂ। ਕੁਝ ਇੱਦਾਂ ਵਰਤਦੇ ਆ। ਸੋ ਇਹੋ ਜਿਹਾ ਕਹਿੰਦੇ ਰੱਬ ਦੇ ਘਰ 'ਤੇ ਪ੍ਰਵਾਨ ਨਹੀਂ ਹੁੰਦਾ। ਪ੍ਰਵਾਨ ਕੀ ਹੁੰਦਾ ਹੈ? ਨਾ ਤਾਂ ਹੁਜਤ ਕਰਨੀ, ਨੀਵਾਂ ਦਿਖਾਉਣਾ ਕਿ ਮੈਂ ਚੰਗਾ ਤੇ ਬਾਕੀ ਸਾਰੇ ਨੀਵੇਂ ਹੈ, ਮਾੜੇ ਹੈ। ਇਹੋ ਜਿਹੀ ਪੜ੍ਹਾਈਆਂ ਵੀ ਸਫਲ ਨਹੀਂ ਹੁੰਦੀਆਂ ਕਿ ਮੈਨੂੰ ਅਦਬ ਮਿਲੇ, ਸਤਿਕਾਰ ਵੇਲੇ ਬਜ਼ੁਰਗਾਂ ਵਾਲਾ, ਸੰਤਾਂ ਵਾਲਾ, ਗੁਰੂਆਂ ਵਾਲਾ। ਅਤੇ ਇਹੋ ਜਿਹੀ ਪੜ੍ਹਾਈਆਂ ਕਦੇ ਸਫਲ ਨਹੀਂ ਹੁੰਦੀਆਂ। ਹੁਣ ਕਿਹੜੀ ਪੜ੍ਹਾਈ ਸਫਲ ਹੁੰਦੀ ਹੈ? ਉਹ ਮਹਾਰਾਜ ਦੱਸਦੇ ਆ ਕਿ ਪਾਠ ਕਰੇ ਸਿਮਰੇ ਨਾਮ ਜੋ ਰੂੜਾ, ਪਾਠ ਕਰੇ ਸਿਮਰੇ ਨਾਮ ਜੋ ਰੂੜਾ। ਭਾਈ ਮੈਂ ਤਾਂ ਰੂੜਾ ਕੂੜਾ ਹੈ, ਮੈਂ ਤਾਂ ਰੂੜਾ ਹੈ ਗਲੀਆਂ ਦਾ, ਮੈਂ ਤਾਂ ਕੂੜਾ ਹੈ ਗਲੀਆਂ ਦਾ। ਗੁਰੂ ਦੀ ਬਾਣੀ ਨਾਲ ਜੁੜਿਆ ਕਿਉਂ ਹੈ? ਪਾਠ ਪੋਥੀਆਂ ਜੁੜਿਆ ਕਿਉਂ ਹੈ? ਉਹ ਇਸ ਕਰਕੇ ਕਿ ਤਾਂ ਜੋ ਮੈਂ ਉਹਦੇ ਨਾਮ ਸਿਮਰਨ ਦੇ ਨਾਲ ਜੁੜ ਸਕਾਂ, ਕਿਸੇ ਬਹਾਨੇ ਦੇ ਨਾਲ। ਪਾਠ ਕਰੇ ਸਿਮਰੇ ਨਾਮ ਜਰੂੜਾ, ਸਾਮੇ ਜਾਣੇ ਅੱਲਾ ਹਜ਼ੂਰਾ। ਅੱਲਾ ਹਜ਼ੂਰਾ ਗੁਰੂਆਂ ਦੀ ਬਾਣੀ ਹੈ, ਗੁਰੂਆਂ ਦੇ ਸ਼ਬਦ ਹੈ। ਆਹ ਸ਼ਬਦਾਂ ਨੂੰ ਪਕੜਨ ਦੀ ਲੋੜ ਹੈ ਬੰਦੇ ਨੂੰ, ਪਕੜੇ। ਹੁਣ ਸਮਝਾਉਣ ਦਾ ਯਤਨ ਕਰਦੇ ਕਿ ਪਾਠ ਕਰਦਾ ਨਾ, ਗ੍ਰੰਥਾਂ ਦੀ ਪੜ੍ਹਾਈ ਕਰਦਾ ਹੈ। ਹੁਣ ਗ੍ਰੰਥਾਂ ਦੀ ਬਾਣੀ, ਗੁਰੂਆਂ ਦੀ ਬਾਣੀ ਕੀ ਸਾਨੂੰ ਸਿੱਖਿਆ ਦਿੰਦੀ ਹੈ? ਕਿ ਸਭਨਾ ਅੰਦਰ ਪ੍ਰਮਾਤਮਾ ਵਾਹਿਗੁਰੂ ਵਾਸ ਕਰਦਾ ਹੈ। ਸਭਨਾ ਅੰਦਰ ਉਹ ਭਗਵਾਨ, ਉਹ ਰਾਮ, ਉਹ ਗੌਡ, ਉਹ ਵਾਹਿਗੁਰੂ ਰਮਿਆ ਹੋਇਆ ਹੈ। ਸਭਨਾ ਅੰਦਰ ਹੀ ਉਹਦੀ ਜੋਤ ਹੈ, ਸਭਨਾ ਅੰਦਰ ਉਹਦੀ ਨੂਰ ਹੈ, ਸਭਨਾ ਅੰਦਰ ਉਹਦੀ ਹਰਕਤ ਹੈ, ਸਭਨਾ ਅੰਦਰ ਉਹਦੀ ਬਰਕਤ ਹੈ, ਸਭਨਾ ਅੰਦਰ ਹੀ ਹੈ। ਅਤੇ ਇੱਦਾਂ ਤੂੰ ਜਾਣ ਕਹਿੰਦੇ, ਸਭਨਾ ਨੂੰ ਉਹੀ ਜਾਣ ਜੋ ਉਹ ਹੈ। ਕਿਉਂਕਿ ਭਗਵਾਨ ਇੱਕ ਹੈ, ਰੱਬ ਇੱਕ ਹੈ, ਅਤੇ ਇਨਸਾਨ ਵੀ, ਇਨਸਾਨੀਅਤ ਵੀ ਇੱਕੋ ਹੀ ਹੈ। ਅਤੇ ਪਾਉਣ ਵਾਲੇ ਕੀਤਾ ਕਿ ਪਾਉਣ ਵਾਲੇ ਨੇ ਇਨਸਾਨੀਅਤ ਵਿੱਚ ਵੰਡੀਆਂ ਪਾਈਆਂ ਹੈ। ਇੱਕ ਰੱਬ ਹੈ, ਰੱਬ ਦੇ ਵਿੱਚ ਵੰਡੀਆਂ ਪਾਈਆਂ ਹੈ। ਅਤੇ ਇਹੋ ਜਿਹੀ ਬਾਣੀਆਂ ਪੜ੍ਹਨ ਦਾ, ਗ੍ਰੰਥ ਪੜ੍ਹਨ ਦਾ ਫਾਇਦਾ ਕੀ ਹੋਇਆ? ਕੋਈ ਫਾਇਦਾ ਨਹੀਂ। ਉਹ ਤਾਂ ਮਾਇਆ ਵੇਖੀ ਨਾ, ਅਤੇ ਮਾਇਆ ਨਾਲ ਨਹੀਂ ਜਾਣੀ। ਜ਼ਿੰਦਗੀ ਆਵੇ ਮਾਇਆ ਨਾਲ ਨਹੀਂ ਜਾਣੀ। ਜੇ ਮਾਇਆ ਪਿੱਛੇ ਦੌੜਾ ਨਾ, ਮਾਇਆ ਤਾਂ ਨਾਲ ਨਹੀਂ ਜਾਣੀ, ਆਹ ਚੀਜ਼ ਨਾਲ ਜਾਣੀ ਹੈ ਕਿ ਸਭਨਾਂ ਤੂੰ ਉਹਦਾ ਨੂਰ ਜਾਣੇ, ਤਾਂ ਤੇਰੀ ਪੜ੍ਹਾਈ ਸਫਲ ਹੈ। ਕਿ ਭਾਈ ਮੈਂ ਪਾਠ ਨਾਲ ਤਾਂ ਜੁੜਿਆ ਹੈ, ਬਾਣੀ ਨਾਲ ਤਾਂ ਜੁੜਿਆ ਹੈ, ਗੁਰੂ ਗ੍ਰੰਥ ਨਾਲ, ਆਪਣੇ ਧਰਮੀ ਗ੍ਰੰਥ ਦੀ ਬਾਣੀ ਨਾਲ ਤਾਂ ਜੁੜਿਆ ਹੈ, ਤਾਂ ਜੋ ਮੇਰੇ ਨਾਲ ਨਾਲ ਨਾਮ ਸਿਮਰਨ ਵੀ ਹੁੰਦਾ ਰਹੇ, ਨਾਮ ਦੇ ਨਾਲ ਜੁੜਿਆ ਰਹੇ ਮੇਰੇ ਜੀਭਾਂ ਨਾਲ। ਉਹ ਰੱਬ ਦਾ ਨਾਮਾ, ਗੁਰੂ ਦਾ ਨਾਮਾ ਵੀ ਜਪਦੀ ਰਹੇ, ਸਿਮਰਦੀ ਰਹੇ, ਸਿਮਰਦੀ ਰਹੇ। ਸਿਮਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ 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 ਕਰਦੀ ਰਹੇ।
ਕਿਉਂਕਿ ਬਾਣੀ ਅੰਦਰ ਨਾਮ ਦਾ ਜ਼ਿਕਰ ਵੀ ਆਉਂਦਾ ਹੈ, ਸਭਨਾਂ ਦਾ ਜ਼ਿਕਰ ਆਉਂਦਾ ਹੈ, ਗੁਰੂਆਂ ਦੀ ਸਿਫਤ ਸਲਾਹ ਆਉਂਦੀ ਹੈ। ਹੁਣ ਵਾਲਮੀਕ ਨਾਮ ਹੈ, ਬਾਣੀ 'ਚ ਬੇਅੰਤ ਵਾਰ ਹੀ ਆਉਂਦਾ ਹੈ। ਜਿੰਨੀ ਵਾਰ ਪੜ੍ਹਦੇ ਆ ਅੰਗ ਅੰਗ 'ਤੇ ਵਾਲਮੀਕ ਨਾਮ ਆਉਂਦਾ ਹੈ। ਤੋ ਜੀਭਾ ਪੜ੍ਹਦੀ ਹੈ, ਜੀਭਾ ਗਾਉਂਦੀ ਹੈ, ਅਤੇ ਕੀ ਹੋ ਗਿਆ, ਉਹਦੇ ਨਾਵੇਂ ਨਾਲ ਜੁੜਨਾ ਹੋ ਗਿਆ, ਉਹਦਾ ਨਾਮ ਆਪਾਂ ਸਿਮਰ ਰਹੇ ਹਾਂ। ਮੈਂ ਬਾਣੀ ਪੜ੍ਹ ਰਿਹਾ ਇਸ ਤਰੀਕੇ ਦੇ ਨਾਲ, ਭਾਵਨਾ ਦੇ ਨਾਲ, ਤਾਂ ਮੈਂ ਨਾਮ ਉਹਦੀ ਸਿਮਰ ਦੇ ਨਾਲ ਜੁੜ ਸਕਾਂ, ਉਹਦੇ ਨਾਮ ਦੀ ਮੈਂ ਕਮਾਈ ਕਰ ਸਕਿਆ। ਜਿੰਨੀ ਵਾਰ ਨਾਮ ਪੜ੍ਹਦੇ, ਜਿੰਨੀ ਵਾਰ ਗਾਉਂਦੇ ਆ, ਉਹ ਨਾਮ ਦੀ ਕਮਾਈ ਹੋ ਰਹੀ ਹੈ। ਇਹ ਭਾਵਨਾ ਲੈ ਕੇ ਬੰਦਾ ਪੜ੍ਹੇ ਤਾਂ ਇਹੋ ਜਿਹੀ ਪੜ੍ਹਾਈ ਰੱਬ ਦੇ ਘਰ 'ਤੇ ਪ੍ਰਵਾਨ ਹੈ, ਸਫਲ ਹੈ। ਬਾਣੀ ਸਮਝਾਉਂਦੀ ਕਿ ਸਭਨਾਂ ਵਿੱਚ ਉਹ ਰਮਿਆ ਹੋਇਆ ਹੈ ਅਤੇ ਸਾਰਿਆਂ ਨੂੰ ਇੱਕ ਸਮਾਨ ਜਾਣ, ਤਾਂ ਤੇਰੀ ਪੜ੍ਹਾਈ ਸਫਲ ਹੈ। ਇਹ ਪੜ੍ਹਾਈ ਕਹਿੰਦੇ ਰੱਬ ਦੇ ਘਰ ਪ੍ਰਵਾਨ ਹੁੰਦੀ ਹੈ। ਇੱਦਾਂ ਪੜ੍ਹ ਕਹਿੰਦੇ ਹੁਜਤ ਕਰਨੀ ਹੈ, ਨੀਵਾਂ ਦਿਖਾਉਣਾ ਹੈ, ਪੜ੍ਹਾਈ ਸਫਲ ਨਹੀਂ ਹੈ। ਆਪਣੀਆਂ ਸਿਫਤਾਂ ਕਰਵਾਉਣੀਆਂ, ਅਦਬ ਸਤਿਕਾਰ ਕਰਾਉਣਾ ਹੈ, ਇਹੋ ਜਿਹੀ ਪੜ੍ਹਾਈ ਸਫਲ ਨਹੀਂ ਹੈ। ਸਭਨਾਂ ਵਿੱਚ ਉਹਦਾ ਨੂਰ ਦੇਖ ਸਕੇ, ਜੋਤ ਦੇ ਸਕੇ। ਹਾਂ ਵੀ ਸਭਨਾਂ ਦੀ ਜੋਤ ਵੱਸਦੀ ਹੈ, ਕੋਈ ਉੱਚਾ ਨਹੀਂ, ਸਾਰੇ ਬਰਾਬਰ ਹੈ। ਮੈਂ ਉਹਦਾ ਨਾਮ ਕਰਨਾ, ਧਿਆਨ ਕਰਨਾ, ਗੁਣਗਾਨ ਕਰਨਾ, ਸਿਫਤ ਸਲਾਹ ਕਰਨੀ ਹੈ, ਤਾਂ ਮੇਰਾ ਜੀਵਨ ਸਫਲ ਹੋ ਜਾਏ। ਮੈਂ ਇਹ ਕਮਾਈ ਕਰਨੀ ਹੈ, ਇਹ ਪੜ੍ਹਾਈ ਕਮਾਉਣੀ ਹੈ, ਅਤੇ ਇਹ ਪੜ੍ਹਾਈ ਕਹਿੰਦੇ ਰੱਬ ਦੇ ਘਰ 'ਤੇ ਪ੍ਰਵਾਨ ਹੁੰਦੀ ਹੈ। ਸੋ ਪਾਠ ਕਰੇ ਸਿਮਰੇ ਨਾਮ ਜੋ ਰੂੜਾ, ਸਭ ਮੇ ਜਾਣੇ ਅੱਲਾ ਹਜ਼ੂਰਾ। ਸੋ ਆਹ ਪੜ੍ਹਾਈ ਕਹਿੰਦੇ ਸਫਲ ਹੈ। ਇਹੋ ਜਿਹੀ ਪੜ੍ਹਾਈ ਕਹਿੰਦੇ ਕਰੋ। ਸੋ ਪੜ੍ਹ ਪੜ੍ਹ ਕਿਤਾਬਾਂ ਇਲਮ ਦਾ ਨਾਮ ਰਖਾ ਲਿਆ ਕਾਜੀ। ਸੋ ਕਾਜੀ ਨਾਮ ਰਖਾਉਂਦੇ ਨਾਲ ਕੁਝ ਨਹੀਂ ਹੋਣਾ। ਜੇ ਇਲਮ ਪੜ੍ਹਦਾ ਹੈ ਨਾ, ਬਾਣੀਆਂ ਪੜ੍ਹਦਾ, ਕਹਾਣੀਆਂ ਪੜ੍ਹਦੇ ਆ ਜੋ ਤੁਹਾਨੂੰ ਚੰਗੀਆਂ ਸੇਧ ਦਿੰਦੀਆਂ, ਅਤੇ ਗੁਰੂਆਂ ਦੀ ਬਾਣੀ ਸੇਧ ਦੇ ਰਹੀ ਹੈ, ਬੰਦਾ ਸੇਧਾਂ ਲਵੇ, ਬੰਦਾ ਸੇਧਾਂ ਲਵੇ, ਸੇਧ ਦੇ ਰਹੀ ਹੈ ਬਾਣੀ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾ। ਗੁਰੂਆਂ ਦੀ ਬਾਣੀ ਭਾਈ ਜਾਚ ਸਿਖਾਉਂਦੀ ਹੈ, ਕਿੱਦਾਂ ਜੀਵਨ ਜੀਣਾ ਹੈ, ਕਿੱਦਾਂ ਆਨੰਦ ਤੱਕ ਪਹੁੰਚਣਾ ਹੈ, ਕਿੱਦਾਂ ਪਰਮਾਨੰਦ ਨੂੰ ਵੇਖਣਾ, ਮਹਿਸੂਸ ਕਰਨਾ ਹੈ। ਇਕੱਲੀ ਇਕੱਲੀ ਗੱਲ, ਇਕੱਲੀ ਇਕੱਲੀ ਚਾਲ ਸਿਖਾਉਂਦੀ ਹੈ, ਕਿਤੇ ਚਾਲ ਕਿੱਦਾਂ ਦੀ ਹੋਵੇ। ਇਸੇ ਕਰਕੇ ਸਤਿਗੁਰ ਦੀ ਬਾਣੀ ਤੋਂ ਜੀਵਨ ਦੀ ਸਿੱਖ ਲੈ ਜਾਚਾਂ। ਭਾਈ ਮੈਂ ਜਾਚ ਸਿੱਖਣੀ ਹੈ, ਕਿੱਦਾਂ ਜੀਵਨ ਜੀਣਾ ਹੈ, ਕਿੱਦਾਂ ਆਨੰਦ ਨੂੰ ਪਾਉਣਾ ਹੈ, ਕਿੱਦਾਂ ਵਿਸ਼ਿਆਂ ਵਿਕਾਰਾਂ ਤੋਂ ਪਰੇ ਰਹਿਣਾ ਹੈ, ਕਿੱਦਾਂ ਨਿੰਦਿਆ ਚੁਗਲੀ ਤੋਂ ਪਰੇ ਰਹਿਣਾ ਹੈ, ਕਿੱਦਾਂ ਕਾਮ ਕ੍ਰੋਧ ਨੂੰ ਵਸ 'ਚ ਕਰਨਾ ਹੈ। ਇਹ ਸਾਰੇ ਢੰਗ ਤਰੀਕੇ ਬਾਣੀ ਦੱਸਦੀ ਹੈ। ਕਿੱਦਾਂ ਉਹਦਾ ਨੂਰ ਹੋ ਜਾਣਾ, ਕਿੱਦਾਂ ਦੀ ਜੋਤ ਤੱਕ ਪਹੁੰਚ ਜਾਣਾ ਹੈ। ਇਹ ਸਾਰੇ ਤਰੀਕੇ, ਸਾਰੇ ਰਾਹ, ਇਹ ਸਾਰੀ ਚਾਲ ਗੁਰਬਾਣੀ ਦੱਸਦੀ ਹੈ। ਸੋ ਇਸ ਕਰਕੇ ਮੈਂ ਪੜ੍ਹ ਰਿਹਾ ਕਿ ਆਪਣੇ ਆਪ ਨੂੰ ਸਮਝ ਸਕਾਂ, ਪਾਰ ਪਰਮੇਸ਼ਵਰ ਨੂੰ ਸਮਝ ਸਕਦਾ, ਇਹ ਕਮਾਈ ਕਰਕੇ। ਸੋ ਇਹੋ ਜਿਹੀ ਕਮਾਈ ਕਹਿੰਦੇ ਸਫਲ ਹੈ। ਸੋ ਆਓ ਇਨ ਕੀ ਹਾਇ ਕਰੋ ਦਰ ਪ੍ਰਵਾਨ। ਬੋਲੇ 100 ਰੁਪਏ। ਸ਼੍ਰੀ ਗੁਰੂ ਵਾਲਮੀਕ ਦਇਆਵਾਨ ਜੀ ਕੀ ਜੈ।